ਗੁਰੂ ਗ੍ਰੰਥ ਸਾਹਿਬ ਉਦਦ ਸ਼੍ਰੀ ਗੁਰ ਸ਼ਬਦ ਕਮਾਏ ਜੈਨਾ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਾਰਤਾ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਹਿ ਤੀਨ ਸੰਮਤ ਵਡਾਲੀ ਗੁਰੂ ਮਹਾਰਾਜ। ਸਗਰੇ ਸਮਾਜ ਸਾਜ ਪੂਰੀ ਨਿਜ ਆਏਗੇ। ਲੋਕ ਸਮੁਦਾਇ ਗੁਰ ਆਗਮ ਕੋ ਸੋ ਨ ਪਾਏ। ਭੈ ਇਕ ਥਾਇ ਸਭ ਹੀ ਕੋ ਮੋਦ ਛਾਏਗੇ। ਰਹਿ ਤੀਨ ਸੰਮਤ ਬਡਾਲੀ ਗੁਰੂ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਜਬਰ ਤਖਤ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ। ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ। ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਅਪਰਿਅਪਾਰ ਕਿਰਪਾ ਰਹਿਮਤ ਦਾ ਸਦਕਾ ਦਸ਼ਮੇਸ਼ ਪਿਤਾ ਜੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਇਤਿਹਾਸਕ ਮੁਕੱਦਸ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਗੁਰੂ ਕਿਰਪਾ ਦੁਆਰਾ ਬਖਸ਼ੇ ਉਪਰਾਲੇ ਪ੍ਰੇਰਨਾ ਕਰਕੇ ਹਾਜ਼ਰੀਆਂ ਭਰ ਰਹੇ ਯਾਤਰਾ ਕਰ ਰਹੇ ਗੁਰੂ ਸੰਗਤ ਪੰਗਤ ਦਾ ਲਾਹਾ ਲੈਂਦਿਆਂ ਜੀਵਨ ਨੂੰ ਸਮੇਂ ਸਵਾਸਾਂ ਨੂੰ ਸਫਲਿਆਂ ਕਰ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ। ਸਾਹਿਬਾਂ ਜੀ ਦੇ ਮਹਾਨ ਪਾਵਨੇ ਸਥਾਨ 'ਤੇ ਲੜੀਵਾਰ ਗੁਰੂ ਕੇ ਇਤਿਹਾਸ ਦੀ ਜੀਵਨ ਬਿਰਤਾਂਤ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ। ਧੰਨ 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 ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਵਡਾਲੀ ਨਗਰ ਵਿੱਚ ਜਾ ਕਰਕੇ ਆਪਣੇ ਪਰਿਵਾਰ ਸਮੇਤ ਰਹਿਣ ਲੱਗੇ। ਉਸੇ ਹੀ ਨਗਰ ਦੇ ਅੰਦਰ ਮੀਰੀ ਪੀਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਸੰਨ 1595 ਈਸਵੀ ਦੇ ਵਿੱਚ ਹੋਇਆ ਹੈ। 23 ਹਾੜ ਵਾਲੇ ਦਿਨ ਬੇਅੰਤ ਗੁਰੂ ਕਿਆਂ ਸਿੱਖ ਸੰਗਤਾਂ ਨੇ ਭਾਰੀ ਖੁਸ਼ੀਆਂ ਮਨਾਈਆਂ। ਗੁਰੂ ਘਰ ਵਿੱਚ ਬਹੁਤ ਉਤਸ਼ਾਹ ਹੋਏ। ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ। ਸਾਰਿਆਂ ਨੂੰ ਗੁਰੂ ਦਰ ਤੋਂ ਸਨਮਾਨਿਆ ਸਤਿਕਾਰਿਆ ਗਿਆ। ਲਗਭਗ 3 ਸਾਲ ਦਾ ਸਮਾਂ ਵਡਾਲੀ ਨਗਰ ਵਿੱਚ ਰਹਿੰਦਿਆਂ ਹੋਇਆਂ ਲੰਘ ਚੁੱਕਾ ਹੈ। ਇੱਕ ਦਿਨ ਸਾਡੇ ਸਤਿਕਾਰਯੋਗ ਮਾਤਾ ਮਾਂ ਗੰਗਾ ਜੀ ਨੇ ਸਾਹਿਬਾਂ ਨੂੰ ਬੇਨਤੀ ਕੀਤੀ, ਮਹਾਰਾਜ ਜੀ ਆਪਣੇ ਨਗਰ ਤੋਂ ਆਇਆਂ ਨੂੰ ਕਾਫੀ ਸਮਾਂ
ਬਤੀਤ ਹੋ ਚੁੱਕਾ ਹੈ। ਮੇਰੀ ਦਿਲੀ ਇੱਛਾ ਹੈ ਆਪਾਂ ਵਾਪਸ ਆਪਣੇ ਘਰ ਆਪਣੇ ਨਗਰ ਵਿੱਚ ਪਹੁੰਚ ਜਾਈਏ, ਕਿਉਂਕਿ ਮੈਂ ਵੇਖਿਆ ਹੈ ਕਿ ਇਸ ਨਗਰ ਵਿੱਚ ਆਉਣ ਕਰਕੇ ਕਈ ਤਰ੍ਹਾਂ ਦੇ ਉਤਪਾਤ ਖੜ੍ਹੇ ਹੋਏ ਹਨ। ਸਾਡੇ ਸਾਹਿਬਜ਼ਾਦਾ ਜੀ ਦੇ ਉੱਪਰ ਕਈ ਤਰ੍ਹਾਂ ਦਾ ਬਿਪਤਾ ਦਾ ਔਖਾ ਸਮਾਂ ਆਇਆ ਹੈ। ਸੋ ਮੇਰਾ ਮਨ ਭੈ ਮੰਨਦਾ ਹੈ, ਕਈ ਤਰ੍ਹਾਂ ਦੇ ਵਿਚਾਰ ਮਨ ਅੰਦਰ ਪੈਦਾ ਹੁੰਦੇ ਰਹਿੰਦੇ ਨੇ। ਸੋ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉਹ ਰਾਤ ਵਾਲੀ ਘਟਨਾ ਸੁਣਾਈ ਕਿ ਮਹਾਰਾਜ ਜੀ ਰਾਤੀ ਵੀ ਮੈਂ ਆਪ ਵੇਖਿਆ ਹੈ, ਜਦੋਂ ਸੁੱਤੇ ਪਿਆ ਮੈਨੂੰ ਜਾਗ ਆਈ, ਬਹੁਤ ਸਾਰੇ ਚੋਰ ਆਏ ਸਨ ਘਰ ਵਿੱਚ ਅਤੇ ਉਹ ਸਾਹਿਬਜ਼ਾਦਾ ਜੀ ਨੂੰ ਚੁੱਕਣ ਹੀ ਆਏ ਸਨ, ਅਤੇ ਮੈਂ ਨਾ ਜਾਗਦੀ ਤਾਂ ਉਹਨਾਂ ਨੇ ਚੁੱਕ ਹੀ ਲੈ ਜਾਣਾ ਸੀ। ਉਹ ਵਿਹੜੇ ਵਿੱਚ ਖਿਲਾਰ ਕੇ ਅਤੇ ਖਲੋਤੇ ਸਨ ਆਸੇ ਪਾਸੇ ਹੋ ਕੇ। ਮਾਂ ਗੰਗਾ ਜੀ ਨੇ ਇਹ ਸਾਰਾ ਸੀਨ ਵੇਖਿਆ ਸੀ, ਕੁਛ ਗੱਲਾਂ ਬਾਤਾਂ ਰਾਹੀਂ ਸੁਣ ਕੇ। ਕੁਛ ਦੇਵਤੇ ਜਦੋਂ ਛੇਤੀ ਨਾਲ ਵਾਪਸ ਜਾਣ ਲੱਗੇ, ਉਹਨਾਂ ਦੀਆਂ ਪਿੱਠਾਂ ਵੇਖੀਆਂ ਸਨ ਜਾਂਦਿਆਂ ਦੀਆਂ। ਸੋ ਸਾਰਾ ਕੁਛ ਚੁੱਪਚਾਪ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੁਣੀ ਗਏ। ਅੰਤਰਜਾਮੀ ਸਾਹਿਬ ਮੁਸਕਰਾ ਪਏ ਅਤੇ ਸਾਡੇ ਮਾਤਾ ਜੀ ਦੇ ਤਾਈਂ ਧੀਰਜ ਦੇ ਬੋਲ ਵਚਨ ਕਹੇ ਕਿ ਤੁਸੀਂ ਘਬਰਾਓ ਨਾ, ਤੁਹਾਡੇ ਸਾਹਿਬਜ਼ਾਦਾ ਜੀ ਬੜੇ ਮਹਾਨ ਹਨ, ਉਹ ਤਾਂ ਆਪ ਬੰਧਨਾਂ ਨੂੰ ਕੱਟਣ ਵਾਲੇ ਨੇ। ਸੋ ਤੁਹਾਨੂੰ ਉਹਨਾਂ ਦੇ ਪ੍ਰਤੀ ਕਿਸੇ ਤਰ੍ਹਾਂ ਦਾ ਡਰ ਭੈ ਰੱਖਣ ਦੀ ਲੋੜ ਨਹੀਂ ਹੈ। ਤਾਂ ਮਾਤਾ ਜੀ ਨੇ ਫਿਰ ਬੇਨਤੀ ਕੀਤੀ ਹੈ, ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਮਾਤਾ ਜੀ ਦੇ ਬਚਨਾਂ ਦਾ ਸਨਮਾਨ ਕੀਤਾ ਹੈ। ਮਾਂ ਗੰਗਾ ਜੀ ਕੋਈ ਆਮ ਰੂਹ ਨਹੀਂ ਸਨ, ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਤਿਕਾਰਯੋਗ ਧਰਮ ਸੁਪਤਨੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ ਹਨ। ਔਰ ਐਸੇ ਮਹਾਨ ਉੱਤਮ ਅਤੇ ਸ਼ੁਭ ਕਰਮਾਂ ਵਾਲੇ ਨੇ ਮਾਂ ਗੰਗਾ ਜੀ। ਅਤੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉਹਨਾਂ ਦੇ ਕਹਿਣ 'ਤੇ ਬਚਨ ਕੀਤਾ ਕਿ ਕੱਲ੍ਹ ਸਵੇਰ ਨੂੰ ਆਪਾਂ ਵਡਾਲੀ ਨਗਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਚੱਕ ਗੁਰੂ ਰਾਮਦਾਸ ਜੀ ਨੂੰ ਚਾਲਾ ਪਾ ਜਾਵਾਂਗੇ। ਸੇਵਾਦਾਰਾਂ ਨੂੰ ਉਸੇ ਸਮੇਂ ਹੀ ਬਚਨ ਕਰ ਦਿੱਤੇ ਕਿ ਭਾਈ ਸਾਰੀ ਤਿਆਰੀ ਕਰ ਲਓ। ਗੁਰੂ ਕੇ ਸਿੱਖਾਂ ਨੇ ਜੋ ਲੰਗਰ ਦੇ ਵੱਡੇ ਵੱਡੇ ਭਾਂਡੇ ਵਟੋਏ ਦੇਗਚੇ ਸਨ, ਉਹ ਸਾਰੇ ਹੀ ਗੱਡਿਆਂ 'ਤੇ ਲੱਦ ਲਏ। ਜੋ ਵੀ ਚੀਜ਼ ਵਸਤ ਸੀ, ਸਾਜੋ ਸਮਾਨ, ਲੀੜੇ ਬਸਤਰ ਕੱਪੜੇ, ਉਹ ਸਾਰਾ ਹੀ ਸੰਭਾਲ ਲਿਆ ਗਿਆ। ਅਗਲੀ ਸਵੇਰ ਹੋਣ 'ਤੇ ਸੋਹਣਾ ਜਿਹਾ ਰੱਥ ਸੱਜ ਕਰਕੇ ਆ ਗਿਆ। ਰੱਥ ਨੂੰ ਪਹਿਲਾਂ ਗੇੜਾ ਦਵਾ ਕਰਕੇ ਵੇਖਿਆ ਗਿਆ, ਉਹਦੀ ਚਾਲ ਪਰਖੀ ਗਈ, ਘੋੜਿਆਂ ਦੀ ਚਾਲ ਵੇਖੀ ਗਈ ਕਿ ਕਿਵੇਂ ਕਿਸ ਚਾਲ ਵਿੱਚ ਘੋੜੇ ਚੱਲਦੇ ਹਨ। ਸੋ ਸੋਹਣੇ ਰੱਥ ਦੇ ਉੱਪਰ ਸਾਡੇ ਮਾਤਾ ਮਾਂ ਗੰਗਾ ਜੀ ਸਾਹਿਬਜ਼ਾਦਾ ਜੀ ਨੂੰ ਚੁੱਕ ਕਰਕੇ ਬੈਠ ਗਏ, ਸੱਜ ਗਏ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਾਲਕ ਵਿੱਚ ਸਵਾਰ ਹੋਏ। ਬੇਅੰਤ ਗੁਰੂ ਕੀਆਂ ਸਿੱਖ ਸੰਗਤਾਂ ਨਾਲ ਪੈਦਲ ਹੀ ਚਾਲਾ ਪਾ ਦਿੱਤਾ ਹੈ, ਕਿਉਂਕਿ ਵਡਾਲੀ ਨਗਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਹੁਤਾ ਦੂਰ ਨਹੀਂ ਹੈ। ਪੁਰਾਣੇ ਸਮੇਂ 'ਚ ਲੋਕ ਮੀਲਾਂ ਦੇ ਮੀਲ ਪੈਂਡਾ ਤੈਅ ਕਰ ਲੈਂਦੇ ਸਨ ਪੈਦਲ ਹੀ ਤੁਰ ਕਰਕੇ। ਸੋ ਬੇਅੰਤ ਭਾਵਨਾ ਵਾਲੀਆਂ ਸੰਗਤਾਂ ਨਾਲ ਗੁਰੂ ਕੀ ਬਾਣੀ ਪੜ੍ਹਦੀਆਂ ਹੋਈਆਂ ਚੱਲ ਪਈਆਂ। ਰਬਾਬੀ ਸਿੱਖ, ਕੀਰਤਨੀਏ ਸਿੱਖ ਬਾਣੀ ਦਾ ਗਾਇਨ ਕਰਦੇ ਹੋਏ ਅੱਗੇ ਅੱਗੇ ਚੱਲ ਪਏ। ਇਸ ਤਰ੍ਹਾਂ ਚੱਲਦੇ ਹੋਏ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਪਹੁੰਚੇ। ਅੰਮ੍ਰਿਤਸਰ ਸਾਹਿਬ ਜੀ ਦੇ ਨਿਵਾਸੀਆਂ ਨੂੰ ਪਤਾ ਲੱਗਾ, ਬੜੇ ਖੁਸ਼ੀ ਪ੍ਰਸੰਨਤਾ ਵਿੱਚ ਝੂਮਦੇ ਹੋਏ ਘਰਾਂ ਦੇ ਘਰ ਪਰਿਵਾਰਾਂ ਦੇ ਪਰਿਵਾਰ ਅੱਗੋਂ ਨਗਰ ਨਿਵਾਸੀ ਸਾਹਿਬਾਂ ਦਾ ਸਤਿਕਾਰ ਕਰਨ ਵਾਸਤੇ ਪਹੁੰਚੇ ਨੇ ਕਿ ਚਿਰ ਬਾਅਦ ਸਤਿਗੁਰੂ ਸਾਹਿਬ ਜੀ ਆਏ ਨੇ। ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰੀ ਵਿੱਚ ਪ੍ਰਵੇਸ਼ ਹੋਏ। ਛੋਟੇ ਨਗਾਰੇ, ਨਫੀਰੀਆਂ, ਸੰਖਾਂ ਦੀ, ਮਿਰਦੰਗਾਂ ਦੀ ਆਵਾਜ਼ ਹੋ ਰਹੀ। ਗੁਰੂ ਕੇ ਰਾਗੀ ਕੀਰਤਨੀਏ ਰਬਾਬ ਵਜਾ ਕਰਕੇ ਕੀਰਤਨ ਕਰ ਰਹੇ ਨੇ। ਸੋ ਜਿਵੇਂ ਭਾਈ ਸਾਹਿਬ ਜੀ ਅੱਗੇ ਸੁਣਾ ਰਹੇ ਨੇ, ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਹਿ ਤੀਨ ਸੰਮਤ ਵਡਾਲੀ ਗੁਰੂ ਮਹਾਰਾਜ, ਸਗਰੇ ਸਮਾਜ ਸਾਜ ਪੂਰੀ ਨਿਜ ਆਏਗੇ। ਭਾਈ ਸਾਹਿਬ ਜੀ ਸੁਣਾ ਰਹੇ ਨੇ, ਕਵੀ ਰਾਜ ਗਿਆਨੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾ ਮਨ ਸ਼੍ਰੋਮਣੀ ਕਵੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਗੁਰੂ ਕੇ ਇਤਿਹਾਸ ਦਾ ਵਰਣਨ ਕਰਦੇ ਹੋਏ ਫਰਮਾ ਰਹੇ ਨੇ ਕਿ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ 3 ਸੰਮਤ 3 ਸਾਲ ਵਡਾਲੀ ਨਗਰ ਵਿੱਚ ਰਹੇ ਨੇ। ਗੁਰੂ ਮਹਾਰਾਜ
ਹੁਣ ਸਾਰਾ ਸਾਜੋ ਸਮਾਨ ਲੱਦ ਕਰਕੇ ਨਿਜ ਆਏ ਗਏ। ਆਪਣੀ ਪੁਰੀ ਸ੍ਰੀ ਅੰਮ੍ਰਿਤਸਰ ਸਾਹਿਬ ਚੱਕ ਗੁਰੂ ਰਾਮਦਾਸ ਜੀ ਵਿਖੇ ਆ ਗਏ ਹਨ। ਲੋਕ ਸਮੁਦਾਇ ਗੁਰ ਆਗਮ ਕੋ ਸੁਨ ਪਾਏ, ਕਹੇ ਇਕ ਥਾਏ ਸਭ ਹੀ ਕੈ ਮੋਦ ਛਾਏਗੇ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਿਵਾਸੀ ਬੇਅੰਤ ਲੋਕ ਸਿੱਖ ਸੰਗਤਾਂ ਅੱਗੋਂ ਸਾਹਿਬਾਂ ਦਾ ਅਦਬ ਸਤਿਕਾਰ ਕਰਨ ਵਾਸਤੇ ਤਿਆਰ ਹੋਏ। ਅੱਗੋਂ ਇਕੱਠੇ ਹੋ ਕਰਕੇ ਆਏ। ਜਦੋਂ ਸਾਹਿਬਾਂ ਦਾ ਸੁਣ ਪਾਇਆ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਆ ਰਹੇ ਨੇ, ਇਸ ਨਗਰੀ ਦੇ ਵਾਰਸ ਆ ਰਹੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਡੂੰਘੀਆਂ ਨੀਹਾਂ ਰੱਖਣ ਵਾਲੇ ਗੁਰੂ ਆ ਰਹੇ ਨੇ। ਸਿੱਖੀ ਦੇ ਰਹਿਬਰ ਆ ਰਹੇ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਿਵਾਸੀਆਂ ਨੇ ਸੁਣਿਆ। ਸੁਣ ਕਰਕੇ ਭਏ ਇੱਕ ਥਾਏ ਸਭ ਹੀ ਕੇ ਮੋਦ ਛਾਏ ਕੇ। ਸਾਰਿਆਂ ਦੇ ਹਿਰਦੇ 'ਚ ਮੋਦ ਹੁੰਦੀ, ਖੁਸ਼ੀ ਪ੍ਰਸੰਨਤਾ, ਖੁਸ਼ੀ ਤੇ ਪ੍ਰਸੰਨਤਾ ਛਾ ਗਈ। ਸਾਰੇ ਇੱਕ ਥਾਂ ਤੇ ਇਕੱਠੇ ਹੋ ਗਏ। ਆਏ ਅਗਵਾਏ ਧਾਏ ਮਿਲ ਚਿਤ ਚਾਏ ਚਾਏ, ਸ਼ਬਦ ਸੁਗਾਏ ਗਾਏ ਪ੍ਰੇਮ ਉਬਗਾਏ ਗੇ। ਇਕੱਠੇ ਹੋ ਕੇ ਸਾਰੇ ਅਗਵਾਏ ਅੱਗੇ ਆ ਗਏ। ਧਾਏ ਮਿਲੇ, ਜਿਹੜੇ ਪਿੱਛੇ ਰਹਿ ਗਏ ਸਨ, ਦੌੜ ਦੌੜ ਕੇ ਭੱਜ ਭੱਜ ਕੇ ਦੂਜਿਆਂ ਨੂੰ ਮਿਲਦੇ ਕਿ ਅਸੀਂ ਪਿੱਛੇ ਨਾ ਰਹਿ ਜਾਈਏ, ਗੁਰੂ ਸਾਹਿਬ ਜੀ ਦਾ ਦੀਦਾਰ ਜਾ ਕੇ ਕਰੀਏ। ਅੰਦਰ ਭਾਵਨਾ ਹੈ, ਸ਼ਰਧਾ ਹੈ, ਭਰੋਸਾ ਸਿਦਕ ਹੈ, ਸਤਿਗੁਰੂ ਜੀ ਨਾਲ ਪਿਆਰ ਦੀ ਖਿੱਚ ਹੈ। ਚਾਅ ਚਾਏ ਚਾਏ ਚਾਏ, ਚਾਅ ਚੜਿਆ ਹੋਇਆ ਹੈ। ਹਿਰਦੇ ਚਾਅ ਉਤਸ਼ਾਹ ਤੇ ਉਮਾ ਨਾਲ ਭਰੇ ਨੇ। ਗੁਰੂ ਕੀ ਬਾਣੀ ਦੇ ਸ਼ਬਦ ਸੋ ਗਾਏ ਗਾਏ, ਸ਼ਬਦ ਗਾ ਰਹੇ ਨੇ। ਇੰਨੇ ਕਿ ਭੈੜੀ ਚਿੱਤਰੀਆਂ ਬੋਲੀਆਂ ਪਾ ਰਹੇ, ਜਿਵੇਂ ਸਾਡੇ ਘਰਾਂ ਵਿੱਚ ਕਿਤੇ ਕੋਈ ਰੱਬ ਖੁਸ਼ੀ ਦਾ ਸਮਾਂ ਦੇਵੇ, ਸਾਨੂੰ ਤਾਂ ਰੱਬ ਭੁੱਲ ਜਾਂਦਾ ਹੈ। ਤੇ ਸਾਹਿਬ ਜੀ ਕਹਿੰਦੇ ਕਿ ਨੱਚਣ ਕੁੱਦਣ ਮਨ ਕਾ ਚਾਉ ਹੈ। ਇਹ ਗੁਰੂ ਦੀ ਮੱਤ ਨਹੀਂ ਹੈ, ਇਹ ਤਾਂ ਮਨ ਦਾ ਫਟੇਵਾ ਹੈ। ਇਹਨੂੰ ਗੁਰੂ ਦੀ ਮੱਤ ਨਾਲ ਨਾ ਜੋੜਿਆ ਜਾਏ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਤਾਂ ਖੁਸ਼ੀ ਦਾ ਸਮਾਂ ਆਵੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਸਮਾਂ ਹੋਵੇ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਹੀ ਹੈ। ਨਾਨਕ ਕਹਿ ਘਰ ਕੇਵਲ ਨਾਮ, ਨਾਮ ਦੀ ਵਡਿਆਈ ਕੀਤੀ ਜਾਂਦੀ ਹੈ। ਸੁੱਖ ਦੁੱਖ ਤਾਂ ਜੀਵਨ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਸੋ ਨਗਰ ਨਿਵਾਸੀਆਂ ਨੂੰ ਇਹ ਮੱਤ ਗੁਰੂ ਕੋਲੋਂ ਮਿਲੀ ਹੈ ਕਿ ਇਸ ਸਮੇਂ ਤੇ ਗੁਰੂ ਕੀ ਬਾਣੀ ਪੜ੍ਹਨੀ ਹੈ। ਸ਼ਬਦ ਸੋ ਗਾਏ ਗਾਏ, ਗੁਰੂ ਕੀ ਬਾਣੀ ਦੇ ਸ਼ਬਦ ਗਾ ਰਹੇ ਨੇ। ਤੇ ਜਦੋਂ ਸ਼ਬਦ ਪੜ੍ਹਦੇ ਪ੍ਰੇਮ ਉਮਗਾਏ ਗਏ। ਆਪਣੇ ਆਪ ਹਿਰਦੇ ਵਿੱਚੋਂ ਪ੍ਰੇਮ ਦਾ ਉਛਾਲਾ ਵੱਜਦਾ ਹੈ। ਭੇਟ ਅਰ ਪਾਏ ਅਰਦਾਸਨ ਸੁਨਾਏ ਕਰ, ਸੀਸ ਕੋ ਨਿਵਾਏ ਕਰ ਗੁਰੂ ਪਗ ਲਾਏਗੇ। ਆਉਂਦਿਆਂ ਸਾਰ ਹੀ ਗੁਰੂ ਦੀਆਂ ਸੰਗਤਾਂ ਨੇ ਸਾਹਿਬਾਂ ਜੀ ਦੇ ਚਰਨਾਂ ਤੇ ਭੇਟ ਅਰਪਾਏ, ਭੇਟਾਂ ਅਰਪਣ ਕੀਤੀਆਂ। ਤੇ ਭੇਟਾਂ ਅਰਪਣ ਕਰਕੇ ਨਾਲ ਹੀ ਅਰਦਾਸਨ ਸੁਣਾਏ ਕਰ, ਅਰਦਾਸਾਂ ਬੇਨਤੀਆਂ ਵੀ ਸੁਣਾ ਦਿੱਤੀਆਂ। ਮਹਾਰਾਜ ਜੀ ਆਹ ਇੱਛਾ ਹੈ, ਮਹਾਰਾਜ ਜੀ ਆਹ ਚਾਹੀਦਾ ਹੈ, ਆਹ ਚਾਹੀਦਾ ਹੈ। ਹੁਣ ਗੁਰੂ ਕੋਲ ਨਹੀਂ ਮੰਗਣਾ ਤੇ ਕਿਸ ਕੋਲੋਂ ਸਿੱਖ ਨੇ ਮੰਗਣਾ ਹੈ। ਮਾਨ ਮੰਗੋ ਤਾਨ ਮੰਗੋ, ਧਨ ਲਖਮੀ ਸੁਤ ਦੇ। ਤੇ ਬਹੁਤਾ ਕਈ ਵਾਰੀ ਬਹੁਤੇ ਪ੍ਰਚਾਰਕ ਵੀ ਸਾਡੇ ਇਸ ਗੱਲ ਤੇ ਜ਼ੋਰ ਦਿੰਦੇ ਜੀ ਇਹ ਨਾ ਮੰਗਿਆ ਕਰੋ। ਫਿਰ ਕਿਹਦੇ ਕੋਲੋਂ ਮੰਗੇ ਸਿੱਖ? ਜੀਵਨ 'ਚ ਸੁੱਖ ਤਾਂ ਚਾਹੀਦਾ ਹੈ, ਧੀਆਂ ਪੁੱਤਰ ਚਾਹੀਦੇ ਨੇ, ਧਨ ਪਦਾਰਥ ਚਾਹੀਦਾ ਹੈ। ਤੇ ਬਾਣੀ ਵਿੱਚ ਤਾਂ ਸਭ ਕੁਛ ਗੁਰਮੁਖਾਂ ਨੇ ਮੰਗਿਆ ਹੈ। ਇੱਥੋਂ ਤੱਕ ਕਿ ਰੋਟੀ ਪ੍ਰਸ਼ਾਦੇ ਦੀ ਮੰਗ ਕੀਤੀ ਹੈ। ਖਾਟ ਮੰਗੋ ਚੌਪਾਈ, ਸਿਰਹਾਣਾ ਅਵਰ ਤਲਾਈ। ਸਿਰਹਾਣਾ ਵੀ ਚਾਹੀਦਾ, ਤਲਾਈ ਵੀ ਚਾਹੀਦੀ। ਇਹ ਕਿਹੜੇ ਪੀਰ ਕੋਲੋਂ ਜਾ ਕੇ ਮੰਗੀਏ? ਗੁਰੂ ਕੋਲੋਂ ਮੰਗਣਾ ਹੈ। ਸੋ ਸਤਿਗੁਰੂ ਪਾਤਸ਼ਾਹ ਕੋਲੋਂ ਇਹ ਸਾਰਾ ਕੁਛ ਸਿੱਖ ਨੇ ਮੰਗਣਾ ਹੈ। ਜੀਵਨ ਦੀਆਂ ਲੋੜਾਂ ਨੇ ਤੇ ਇਹ ਤਾਂ ਲੋੜਾਂ ਨੇ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਸਿੱਖ ਦੀਆਂ ਲੋੜਾਂ ਪੂਰੀਆਂ ਕਰਦੇ। ਤੇ ਜੋ ਵੀ ਮੰਗਣਾ ਗੁਰੂ ਕੋਲੋਂ ਮੰਗਣਾ ਹੈ। ਤੇ ਸਾਹਿਬਾਂ ਨੇ ਆਪ ਮੰਗ ਕੇ ਦੱਸਿਆ ਕਿ ਮਾਨ ਮੰਗੋ ਤਾਨ ਮੰਗੋ, ਧਨ ਲਖਮੀ ਸੁਤ ਦੇ। ਲਖਮੀ ਧਨ ਵਿਭੂਤੀ ਧਰਮ ਸਪਤਨੀ ਵੀ ਚਾਹੀਦੀ। ਜਿਵੇਂ ਭਗਤ ਬਾਬਾ ਧੰਨਾ ਜੀ ਕਹਿੰਦੇ ਕਿ ਘਰ ਕੀ ਗੀਹਨ ਚੰਗੀ, ਲੜਾਕੀ ਨਹੀਂ ਚਾਹੀਦੀ ਕਿ ਬਾਹਰੋਂ ਆਇਆ ਨੂੰ ਪਾਣੀ ਨਾ ਪੁੱਛੇ ਕਿ ਨਾਰ ਕਿਦੋਂ ਘਰ ਨਾ ਹਰਿਆਣੀ। ਕਲਗੀਧਰ ਪਾਤਸ਼ਾਹ ਕਹਿੰਦੇ ਚੰਗੀ ਤੇ ਨੇਕ ਘਰ ਵਾਲੀ ਚਾਹੀਦੀ ਹੈ। ਅਨਾਜ ਮੰਗੋ ਸੱਤ ਸੀਕਾ, 7 ਸਿਆੜਾਂ ਦਾ 7 ਵਾਰੀ ਵਾਹੀ ਹੋਈ ਪੈਲੀ ਦਾ ਅਨਾਜ ਚਾਹੀਦਾ ਹੈ। ਸੋ ਇਹ ਸਾਰੀਆਂ ਜੀਵਨ ਦੀਆਂ ਲੋੜਾਂ ਨੇ, ਚ ਲਾਲਚ ਨਹੀਂ ਹੈ, ਕਿਉਂਕਿ ਇਹਨਾਂ ਨਾਲ ਜੀਵਨ ਚਾਹੇ ਚੱਲਦਾ ਹੈ। ਹਰ ਸਿਆਲ ਸਮੇਂ ਵਸਤਰਾਂ ਦੀ ਲੋੜ ਹੈ, ਅੰਨ ਦੀ ਲੋੜ ਹੈ। ਸੋ ਗੁਰੂ ਕੇ ਸਿੱਖ ਆ ਕੇ ਸਾਹਿਬਾਂ ਦੇ ਕੋਲ ਅਰਦਾਸਾਂ ਕਰ ਰਹੇ, ਬੇਨਤੀਆਂ ਕਰ ਰਹੇ ਨੇ। ਸੀਸ ਕੋ ਨਿਵਾਏ ਕਰ ਗੁਰੂ ਪਗ ਲਾਏ ਗਏ। ਆਪਣੇ ਸਿਰ ਝੁਕਾ ਝੁਕਾ ਕੇ ਸਾਹਿਬਾਂ ਦੇ ਚਰਨਾਂ ਦੇ ਉੱਪਰ ਲਾ ਕੇ
ਸਤਿਗੁਰੂ ਸਹਿਜ ਦੇ ਪਾਵਨ ਤੇ ਮੁਬਾਰਕ ਚਰਨਾਂ ਦੀ ਸ਼ੋਅ ਪ੍ਰਾਪਤ ਕਰਕੇ ਆਪਣੇ ਮਸਤਕ ਦੇ ਬੁਰੇ ਲੇਖ ਬਦਲ ਰਹੇ ਨੇ। ਮੱਥਾ ਟੇਕਣ ਦਾ ਭਾਵ ਹੀ ਇਹੀ ਹੈ ਕਿ ਗਲਤ ਲਕੀਰਾਂ ਜਿਹੜੀਆਂ ਸਾਡੇ ਭੈੜੇ ਸੰਸਕਾਰਾਂ ਕਰਕੇ ਬਣੀਆਂ ਨੇ ਜਨਮਾਂ ਜਨਮਾਂਤਰਾਂ ਦੀਆਂ, ਉਹ ਮਿਟ ਜਾਣ। ਗੁਰੂ ਗਲਤ ਵਿਚਾਰ ਗਲਤ ਲੇਖ ਮੇਟ ਸਕਦਾ ਹੈ, ਗੁਰੂ ਸਮਰੱਥ ਹੈ। ਇਸ ਵਾਸਤੇ ਸੰਗਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਆਪਣੇ ਮਸਤਕ ਝੁਕਾ ਕਰਕੇ ਸਾਹਿਬਾਂ ਦੇ ਚਰਨਾਂ ਦੀ ਸ਼ੋਅ ਪ੍ਰਾਪਤ ਕਰ ਰਹੀਆਂ ਹਨ। ਦੇਤ ਹੈ ਬਧਾਈ ਪੂਰੀ ਆਪੁਨੀ ਸੁਹਾਈ, ਬਸ ਪੁੱਤਰ ਕੇ ਸਮੇਤ ਨਿਤ ਦਰਸ ਕੋ ਦੀਜੀਏ। ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਿਵਾਸੀ ਜਿਹੜੇ ਅਜੇ ਤੱਕ ਨਹੀਂ ਸਨ ਗਏ ਵਡਾਲੀ ਨਗਰ, ਉਹ ਵਧਾਈਆਂ ਦੇ ਰਹੇ ਨੇ। ਮਹਾਰਾਜ ਵਧਾਈ ਹੋਵੇ, ਤੁਹਾਨੂੰ ਵਧਾਈ ਹੋਵੇ। ਵਧਾਈ ਸ਼ਬਦ ਦਾ ਅਖਰੀ ਅਰਥ ਹੁੰਦਾ ਖੁਸ਼ੀ ਹੋਵੇ, ਪ੍ਰਸੰਨਤਾ ਹੋਵੇ। ਸੋ ਫਾਰਸੀ ਵਿੱਚ ਕਹਿੰਦੇ ਖੁਸ਼ੀ। ਸਾਡੀ ਆਮ ਠੇਠ ਬੋਲੀ ਦਾ ਸ਼ਬਦ ਹੈ ਵਧਾਈ, ਭਾਵ ਵਧੋ, ਖੁਸ਼ ਹੋਵੋ, ਪ੍ਰਸੰਨ ਹੋਵੋ। ਫਾਰਸੀ ਵਾਲੇ ਕਹਿੰਦੇ ਖੁਸ਼ੀ ਹੋਵੇ ਜਾਂ ਸ਼ਾਦੀ ਹੋਵੇ। ਸ਼ਾਦੀ ਦਾ ਅਰਥ ਵੀ ਖੁਸ਼ੀ ਹੈ। ਸੋ ਪੂਰੀ ਆਪਣੀ ਸੁਹਾਈ ਤੁਹਾਡੀ ਇਹ ਸੋਹਣੀ ਪੂਰੀ ਨਗਰੀ ਹੈ ਮਹਾਰਾਜ। ਬਸੋ ਪੁੱਤਰ ਕੇ ਸਮੇਤ ਨਿਤ ਦਰਸ ਕੋ ਦੀਜੀਏ। ਆਪਣੇ ਪੁੱਤਰ ਸਾਹਿਬਜ਼ਾਦਾ ਸਮੇਤ ਇਸ ਨਗਰੀ ਵਿੱਚ ਵਸ ਕੇ ਸਾਨੂੰ ਹਮੇਸ਼ਾ ਹੀ ਦਰਸ਼ਨ ਦੀਦਾਰ ਦਿੰਦੇ ਹੋਏ ਨਿਹਾਲ ਕਰਦੇ ਰਹੋ। ਲੇਕਰ ਸਧਾਰੇ ਸੰਗ ਸਦਨ ਸੁਰੰਗ ਜਹਾਂ, ਹਾਥ ਜੋਰ ਕਹਿ ਇਹਾਂ ਸੁਖ ਕੋ ਸੋ ਬਸੀਜੀਏ। ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ, ਅਰਦਾਸਾਂ ਬੇਨਤੀਆਂ ਕਰਕੇ, ਭੇਟਾਵਾਂ ਅਰਪਣ ਕਰਕੇ ਸਿੱਖ ਸੰਗਤਾਂ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਸਾਹਿਬਾਂ ਦੇ ਸੋਹਣੇ ਮਹਿਲਾਂ ਵਾਲੇ ਪਾਸੇ ਨੂੰ ਚੱਲ ਪਈਆਂ। ਉਹ ਮਹਿਲ ਜਿਨ੍ਹਾਂ 'ਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਸਤਿਗੁਰੂ ਜੀ ਨੇ ਮੁਬਾਰਕ ਚਰਨ ਪਾਏ, ਆਪਣੇ ਹੱਥੀਂ ਤਿਆਰ ਕੀਤੇ ਗੁਰੂ ਕੇ ਮਹਿਲ। ਉਹਨਾਂ ਮਹਿਲਾਂ ਵਾਲੇ ਪਾਸੇ ਨੂੰ ਸਿੱਖ ਸੰਗਤਾਂ ਲੈ ਕੇ ਤੁਰੀਆਂ। ਸੋ ਸਤਿਗੁਰੂ ਪਾਤਸ਼ਾਹ ਜੀ ਦਾ ਵਿਚਾਰ ਹੈ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਇਆ ਜਾਏ। ਸੋ ਸਿੱਖ ਸੰਗਤਾਂ ਸਮੇਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚੱਲ ਪਏ ਹਨ ਤੇ ਬੇਅੰਤ ਸਿੱਖ ਸੰਗਤਾਂ ਨਾਲ ਨੇ। ਸਦਨ ਸੁਰੰਗ ਜਹਾਂ, ਜਿੱਥੇ ਬੜਾ ਸੋਹਣਾ ਘਰ ਹੈ ਗੁਰੂ ਕੇ ਮਹਿਲ। ਹਾਥ ਜੋਰ ਕਹੇ, ਸਿੱਖ ਸੰਗਤਾਂ ਕਹਿੰਦੀਆਂ ਮਹਾਰਾਜ ਇੱਥੇ ਸੁੱਖ ਦੇ ਨਾਲ ਵਸਣਾ ਕਰੋ। ਸ੍ਰੀ ਹਰਿ ਗੋਬਿੰਦ ਨੰਦ ਹੇਰਤ ਉਸ਼ੰਗ ਗੰਗ, ਚੰਦਨ ਤੇ ਉਤਰੀ ਸੋ ਨਾਰੀ ਕਹਿ ਜੀਜੀਏ। ਸਹਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦੀ ਉਮਰ ਅਜੇ 3 ਸਾਲ ਨਹੀਂ ਹੋਈ, 3 ਸਾਲ ਲੱਗਾ ਹੈ, ਉਹਨਾਂ ਨੂੰ ਗੋਦ ਵਿੱਚ ਕੁੱਛੜ ਚੁੱਕ ਕਰਕੇ ਮਾਂ ਗੰਗਾ ਜੀ ਰੱਥ ਤੋਂ ਥੱਲੇ ਉਤਰੇ ਨੇ। ਜਦੋਂ ਹੀ ਅੰਮ੍ਰਿਤਸਰ ਦੀਆਂ ਨਿਵਾਸੀ ਬੀਬੀਆਂ ਦੀ ਨਿਗਾਹ ਸੁੰਦਰ ਸਰੂਪ ਬਾਲਕ ਸਰੂਪ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਪਈ, ਸਾਰੀਆਂ ਦੇ ਮੂੰਹ ਆਪ ਮੁਹਾਰੇ ਨਿਕਲ ਗਿਆ। ਜੀਜੀਏ ਮਾਂ ਗੰਗਾ ਜੀ, ਤੁਹਾਡਾ ਪੁੱਤਰ ਜੁਗ ਜੁਗ ਜੀਵੇ, ਇਹਦੀਆਂ ਲੰਬੀਆਂ ਉਮਰਾਂ ਹੋਣ, ਬੜਾ ਸੋਹਣਾ ਬਾਲਕ ਹੈ। सदा मोद कीजिए सो नगरी थरीजिए, उपायन को लीजिए हमारे पै प्रसीजिए। हे माँ गंगा जी, सदा ही मोद कीजिए, सदा प्रसन्नता करो अपनी इस नगरी च रह करके साडे कोलों पिटावा लैके प्रवान करते हुए महाराज जी दे महल साडे माता जी हमारे पै प्रसीजिए, साडे ते प्रसीजो, खुश ते प्रसन्न होवो, सानू खुशियां बख्शो, सानू निवाजना करो जी। सदन समाज को संभार कर उतार कर, पिता के स्थान पुन गुरु ने गमन कीना। ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਵੀ ਘਰ ਦਾ ਸਾਜੋ ਸਮਾਨ ਗੱਡਿਆਂ ਤੇ ਲੱਦਿਆ ਸੀ, ਰਸਤਾਂ ਬਸਤਾਂ ਗੁਰੂ ਕੇ ਲੰਗਰ ਦੀਆਂ ਹੋਰ ਜਿਹੜਾ ਜ਼ਰੂਰੀ ਸਮਾਨ ਸੀ, ਉਸ ਨੂੰ ਗੁਰੂ ਕੇ ਮਹਿਲਾਂ ਵਾਲੇ ਸਥਾਨ ਤੇ ਰਖਵਾ ਕੇ ਆਪ ਪਿਤਾ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮਹਾਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵੱਲ ਨੂੰ ਸਾਹਿਬਾਂ ਨੇ ਚਾਲਾ ਪਾ ਦਿੱਤਾ। ਚਰਨ ਨਗਨ ਕਰ ਗੰਗਲੇ ਉਸ਼ੰਗ ਨੰਦ, ਗਮਨੀ ਹੈ ਸੰਗ ਬਹੁ ਉਤਮ ਪ੍ਰਸਾਦ ਲੀਨ। ਅੱਗੇ ਅੱਗੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਚੱਲ ਪਏ ਨੰਗੇ ਚਰਨੀ। ਜੋੜਾ ਸਾਹਿਬਾਂ ਨੇ ਉੱਥੇ ਲਾ ਦਿੱਤਾ। ਉੱਥੋਂ ਤਕਰੀਬਨ 1.5 ਕਿਲੋਮੀਟਰ ਦੀ ਵਾਟ ਪੈ ਜਾਂਦੀ ਹੈ। ਸਿੱਧਾ ਵਿੱਚੋਂ ਦੀ ਗੁਰੂ ਬਾਜ਼ਾਰ ਵਿੱਚੋਂ ਦੀ ਲੰਘ ਕੇ ਜਾਈਏ ਤੇ
ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੰਗੇ ਚਰਨੀ ਉੱਥੋਂ ਚੱਲ ਪਏ। ਪਿੱਛੇ ਪਿੱਛੇ ਸਾਡੇ ਮਾਤਾ ਜੀ ਤੁਰ ਪਏ ਸਤਿਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕੁਛੜ ਚੁੱਕ ਕਰਕੇ। ਸੋ ਅੱਗੇ ਅੱਗੇ ਸਤਿਗੁਰੂ ਜੀ, ਪਿੱਛੇ ਪਿੱਛੇ ਸਾਡੇ ਮਾਤਾ ਜੀ ਨੰਗੇ ਚਰਨੀ। ਹੱਥ ਵਿੱਚ ਮਾਤਾ ਜੀ ਨੇ ਨਾਲ ਪ੍ਰਸ਼ਾਦ ਲਿਆ ਹੈ। ਮਿੱਠਾ ਪ੍ਰਸ਼ਾਦ ਲੈ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਪਣ ਕਰਨ ਦੇ ਲਈ ਦਰਸ਼ਨ ਕਰਨ ਵਾਸਤੇ ਜਾ ਰਹੇ ਹਨ। ਗਏ ਤਬ ਹਾਥ ਬੰਦ ਬੰਦਨਾ ਕਰੀ ਹੈ ਤਾਹਾਂ, ਅਰਜ ਗੁਜ਼ਾਰ ਕੈ ਪ੍ਰਸਾਦ ਕੋ ਵਰਤਾਏ ਦੀਨਾ। ਜਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਹੱਥ ਬੰਨ੍ਹ ਕਰਕੇ ਦੋਵੇਂ ਹੱਥ ਜੋੜ ਕੇ ਪਿਤਾ ਸਤਿਗੁਰੂ ਪਾਤਸ਼ਾਹ ਦੇ ਮਹਾਨ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੰਦਨਾ ਕਰੀ, ਮੱਥਾ ਟੇਕਿਆ, ਨਮਸਕਾਰ ਕੀਤੀ। ਤਾਂ ਅਰਜ ਗੁਜ਼ਾਰ ਕੇ ਅਰਦਾਸ ਬੇਨਤੀ ਕੀਤੀ। ਫਿਰ ਅਰਦਾਸ ਕਰਕੇ ਪ੍ਰਸਾਦ ਕੋ ਵਰਤਾਏ ਦੇਣ। ਜੋ ਪ੍ਰਸ਼ਾਦ ਨਾਲ ਖੜਿਆ ਸੀ ਉਹ ਪ੍ਰਸ਼ਾਦ ਸਿੱਖ ਸੰਗਤਾਂ ਦੇ ਵਿੱਚ ਵਰਤਾ ਦਿੱਤਾ। ਫਿਰ ਹੈ ਪ੍ਰਕਰਮਾ ਤੀਨ ਅਧਿਕ ਅਧੀਨ ਹੋਏ, ਕੁਛਕ ਅਸੀਨ ਪੁਨ ਬੰਧਨ ਸਮਨ ਦੀਨ। ਪ੍ਰਕਰਮਾ ਕਰਨ ਦੀ ਬੜੀ ਭਾਰੀ ਮਹਾਨਤਾ ਗੁਰੂ ਘਰ ਦੇ ਵਿੱਚ ਹੈ। ਪ੍ਰਕਰਮਾਂ ਤੋਂ ਭਾਵ ਇਹ ਹੁੰਦਾ ਕਿ ਗੁਰੂ ਤੋਂ ਸਦਕੇ ਜਾਣਾ, ਵਾਰਨੇ ਜਾਣਾ, ਬਲਿਹਾਰ ਜਾਣਾ, ਕੁਰਬਾਨ ਹੋਣਾ, ਆਪਣੇ ਅੰਦਰ ਦਾ ਭਾਵ ਪ੍ਰੇਮ ਵਿਅਕਤ ਕਰਨਾ। ਇਹ ਪ੍ਰਕਰਮਾਂ ਦਾ ਭਾਵ ਹੈ। ਗੁਰੂ ਕੇ ਸਿੱਖਾਂ ਵਿੱਚ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਹੀ ਇਹ ਮਰਿਆਦਾ ਚੱਲੀ ਆ ਰਹੀ ਕਿ ਸਤਿਗੁਰੂ ਜੀ ਦੀਆਂ ਪ੍ਰਕਰਮਾਂ ਕਰਨੀਆਂ। ਸੋ ਫਿਰ ਹੈ ਪ੍ਰਕਰਮਾ ਤੀਨ ਅਧਿਕ ਅਧੀਨ ਹੋਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ 3 ਪ੍ਰਕਰਮਾਂ ਕੀਤੀਆਂ। ਗੁਰੂ ਸਾਹਿਬ ਜੀ ਗੁਰਤਾ ਗੱਦੀ ਦੇਣ ਸਮੇਂ ਵੀ ਪ੍ਰਕਰਮਾਂ ਕਰਦੇ ਸਨ। ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 11 ਪ੍ਰਕਰਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਰਦੇ ਸਨ। ਇਹਨੂੰ ਪਖੰਡ ਨਹੀਂ ਸਮਝਣਾ ਚਾਹੀਦਾ। ਉਹਨਾਂ ਦੇ ਅੰਦਰ ਦਾ ਭਾਵ ਸੀ, ਅੰਦਰ ਦਾ ਪ੍ਰੇਮ ਹੈ। ਅੱਜ ਤਾਂ ਇੱਕ ਵਾਰੀ ਤੋਂ ਵੱਧ ਕਰੀਏ, ਦੂਜੀ ਵਾਰੀ ਵੇਖਣ ਲੱਗ ਪੈਂਦੇ ਕਿ ਇਹਨੂੰ ਪਤਾ ਨਹੀਂ ਦਿਮਾਗ ਨੂੰ ਕੀ ਹੋਇਆ ਹੈ, ਇਹ ਘੇਰੇ ਬੰਨੇ ਤੁਰਿਆ ਆਉਂਦਾ ਹੈ, ਸਾਰਿਆਂ ਦਾ ਧਿਆਨ ਹੋ ਜਾਂਦਾ। ਪਰ ਨਹੀਂ, ਪ੍ਰਕਰਮਾਂ ਦਾ ਕੋਈ ਭਾਵ ਹੈ ਅੰਦਰ ਦੀ ਵੇਦਨਾ ਨੂੰ ਬਿਆਨ ਕਰਨਾ, ਸਤਿਗੁਰੂ ਤੋਂ ਕੁਰਬਾਨ ਹੋਣਾ। 3 ਪ੍ਰਕਰਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੀਤੀਆਂ। ਸ੍ਰੀ ਦਰਬਾਰ ਸਾਹਿਬ ਜੀ ਦੀਆਂ ਇਸ ਤਰ੍ਹਾਂ ਪ੍ਰਕਰਮਾਂ ਕੀਤੀਆਂ। ਫਿਰ ਅਧਿਕ ਅਧੀਨ ਹੋਏ, ਬਹੁਤ ਹੀ ਭਾਰੀ ਅਧੀਨਗੀ ਦੇ ਨਾਲ। ਇਹ ਨਹੀਂ ਕਿ ਮੈਂ ਹਰਿਮੰਦਰ ਸਾਹਿਬ ਬਣਾਇਆ ਹੈ, ਨਹੀਂ, ਇਹ ਪਿਤਾ ਸਤਿਗੁਰੂ ਜੀ ਦਾ ਸਥਾਨ, ਅਕਾਲ ਪੁਰਖ ਦਾ ਆਪਣਾ ਸਥਾਨ ਹੈ। ਬੜੀ ਨਿਮਰਤਾ ਨਾਲ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਕਿ ਜਦੋਂ ਕਿਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਓ ਨਾ, ਤੇ ਆਪਣੇ ਕਦਮ ਕਾਹਲੀ ਨਾ ਰੱਖਿਆ ਕਰੋ। ਐਨ ਸਹਿਜ ਭਾਵ ਨਾਲ ਇੱਕ ਕਦਮ ਰੱਖ ਕੇ ਦੂਸਰਾ ਕਦਮ ਪੁੱਟਿਆ ਕਰੋ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਜਿਹੜੀ ਉਸਾਰੀ ਹੈ ਇਹ ਸ਼ਹੀਦਾਂ ਦੇ ਸੀਸ ਉੱਪਰ ਹੋਈ ਹੈ। ਇੱਕ ਸਿਰ ਦੇ ਥੱਲੇ ਪਤਾ ਨਹੀਂ ਕਿੰਨੇ ਸ਼ਹੀਦਾਂ ਦੇ ਸਿਰ ਲੱਗੇ ਨੇ। ਇਸ ਵਾਸਤੇ ਅਦਬ ਨਾਲ, ਸਤਿਕਾਰ ਦੇ ਨਾਲ ਉੱਥੇ ਪ੍ਰਕਰਮਾਂ ਕਰਿਆ ਕਰੋ, ਝੁਕਿਆ ਕਰੋ। ਉਹ ਮਹਾਨ ਇਬਾਦਤ ਕਰਨ ਵਾਲਾ ਅਕਾਲ ਪੁਰਖ ਦਾ ਆਪਣਾ ਅਸਥਾਨ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੜੀ ਅਧੀਨਗੀ ਨਾਲ, ਬੜੀ ਅੱਤ ਦੀ ਨਿਮਰਤਾ ਦੇ ਨਾਲ, ਅੱਤ ਦੇ ਪ੍ਰੇਮ ਤੇ ਭਾਵ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ 3 ਪ੍ਰਕਰਮਾਂ ਕਰਕੇ ਫਿਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਬੈਠ ਗਏ ਨੇ। ਕੁਛਕ ਅਸੀਨ ਪੁਨ, ਕੁਝ ਸਮਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬੈਠੇ। ਫਿਰ ਬੰਦਰ ਸੋ ਮਨ ਦੀਨ, ਤੇ ਫਿਰ ਇੱਕ ਅਰਦਾਸ ਹੋਰ ਕੀਤੀ। ਐਨ ਮਨ ਦੇ ਕਰਕੇ, ਅੰਤਰਮੁਖ ਬਿਰਤੀ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਜੀ ਦੇ ਨਾਲ ਜੁੜ ਕਰਕੇ ਫਿਰ ਨਮਸਕਾਰ ਕੀਤੀ, ਬੰਦਨਾ ਕੀਤੀ। ਤੈਸੀ ਬਿਧ ਗੰਗ ਸੁਤ ਸੰਗ ਲੈ ਕਰਤ ਭਈ, ਪੂਜ ਗੁਰੂ ਥਾਨ ਕੋ ਸਦਨ ਪੁਨ ਆਏ ਕੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਬਿਲਡਿੰਗ ਨਹੀਂ ਹੈ, ਸਿੱਖ ਦਾ ਹਿਰਦਾ ਹੈ। ਭਾਵਨਾ ਵਾਲੇ ਸਮਝਦੇ ਨੇ ਇਸ ਗੱਲ ਨੂੰ ਕਿ ਉਹ ਇਮਾਰਤ ਨਹੀਂ ਹੈ, ਉਹ ਹਰ ਇੱਕ ਸਿੱਖ ਦਾ ਧੜਕਦਾ ਹੋਇਆ ਹਿਰਦਾ ਹੈ। ਸਤਿਗੁਰੂ ਦਾ ਮਹਾਨ ਅਸਥਾਨ ਹੈ, ਸਤਿਗੁਰੂ ਦਾ ਆਪਣਾ ਸਰੂਪ ਹੈ ਜੋ ਸ੍ਰੀ ਦਰਬਾਰ ਸਾਹਿਬ ਰਾਹੀਂ ਪ੍ਰਗਟ ਹੁੰਦਾ ਹੈ। ਤੈਸੀ ਬਿਦ ਗੰਗ ਸੁਤ ਸੰਗ ਲੈ ਕਰਤ ਭਾਈ, ਸਾਡੇ ਮਾਤਾ ਗੰਗਾ ਜੀ ਆਪਣੇ ਪੁੱਤਰ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਨਾਲ ਲੈ ਕਰਕੇ
ਛੋਟੇ ਛੋਟੇ ਕਦਮਾਂ ਦੇ ਨਾਲ ਪਰਿਕਰਮਾ ਕਰਵਾ ਰਹੇ ਨੇ। ਜਿਵੇਂ 3 ਪਰਿਕਰਮਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੀਤੀਆਂ, ਇਸੇ ਤਰ੍ਹਾਂ ਸਾਡੇ ਮਾਤਾ ਗੰਗਾ ਜੀ ਨੇ ਸਾਹਿਬਜ਼ਾਦਾ ਜੀ ਨੂੰ ਨਾਲ ਲੈ ਕਰਕੇ 3 ਪਰਿਕਰਮਾ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਕੀਤੀਆਂ। ਪੂਜਾ ਗੁਰੂ ਥਾਨ ਕੋ ਸਦਨ ਪੁਨੇ ਆਏਕ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਾ ਕਰਕੇ ਪੂਜਾ ਕੀਤੀ ਹੈ। ਹੁਣ ਪੂਜਾ ਦਾ ਢੰਗ ਕੀ ਹੈ? ਬਾਹਰ ਮੁਖੀ ਤਾਂ ਇਹੀ ਹੈ ਕਿ ਧੂਪ ਦਿਖਾਉਣਾ, ਇਸੇ ਤਰ੍ਹਾਂ ਸੁਗੰਧੀਆਂ ਵਾਲੀਆਂ ਵਸਤੂਆਂ ਦਾ ਛਿੜਕਾਅ ਕਰਨਾ, ਫੁੱਲ ਮਾਲਾਵਾਂ ਜਿਹੜੀਆਂ ਉਹ ਅਰਪਣ ਕਰਨੀਆਂ, ਇਹ ਬਾਹਰੀ ਪੂਜਾ ਦਾ ਢੰਗ ਹੈ, ਗੁਰੂ ਘਰ ਵਿੱਚ ਹੋਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਬੜੇ ਅਦਬ ਸਤਿਕਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪੂਜਾ ਕੀਤੀ ਹੈ। ਕੁਝ ਸਮਾਂ ਅੰਦਰ ਬੈਠ ਕੇ ਸੱਜ ਕਰਕੇ ਫਿਰ ਆਪਣੇ ਵਾਪਸ ਜਿਹੜਾ ਅਸਥਾਨ ਹੈ, ਨਿੱਜੀ ਅਸਥਾਨ, ਰਹਿائش ਵਾਲਾ ਸਥਾਨ ਗੁਰੂ ਕੇ ਮਹਿਲ, ਉਸ ਪਾਸੇ ਨੂੰ ਚੱਲ ਕੇ ਆ ਗਏ। ਜਗਤ ਮਰਜਾਦ ਹੇਤ ਬਹੁਰ ਵਿਚਾਰਿਓ ਉਰ, ਜੇਠੋ ਹੈ ਸਹੋਦਰ ਸਮੀਪ ਮਿਲ ਜਾਏ ਕੈ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਨਮਸਕਾਰ ਕਰਕੇ ਆ ਕੇ ਤੇ ਫਿਰ ਵਿਚਾਰ ਕੀਤੀ ਕਿ ਜਿਹੜੀ ਜਗਤ ਦੀ ਮਰਿਆਦਾ ਨਾ, ਜੋ ਸਮਾਜਿਕ ਰਸਮ ਰਿਵਾਜ ਨੇ, ਉਹ ਵੀ ਪੂਰੇ ਕਰ ਲੈਣੇ ਚਾਹੀਦੇ ਨੇ। ਉਹ ਕਿਹੜੇ ਨੇ? ਵੱਡਿਆਂ ਦਾ ਅਦਬ ਕਰਨਾ, ਸਤਿਕਾਰ ਕਰਨਾ। ਉਹਨਾਂ ਵਿੱਚ ਪਿਰਥੀ ਚੰਦ ਵੀ ਨੇ, ਬਾਬਾ ਮਹਾਦੇਵ ਹਨ। ਸੋ ਜਿਹੜੀ ਜਗਤ ਦੀ ਰੀਤੀ ਸੀ ਨਾ, ਵੱਡਿਆਂ ਨੂੰ ਅਦਬ ਸਤਿਕਾਰ ਦੇਣਾ, ਉਹ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਕੋਈ ਸਿੱਖੇ ਕਿ ਕਿਵੇਂ ਸਮਾਜ ਵਿੱਚ ਵਿਚਰਨਾ ਹੈ, ਕਿਵੇਂ ਵੱਡਿਆਂ ਦਾ ਸਤਿਕਾਰ ਕਰੀਦਾ, ਕਿਵੇਂ ਬੁਰਿਆਂ ਨਾਲ ਵੀ ਨੇਕੀ ਕਰੀਦੀ ਹੈ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਸਿਖਾ ਰਹੇ ਨੇ। ਅੱਗੇ ਸਾਹਿਬਾਂ ਨੇ ਵਿਚਾਰ ਕੀਤੀ ਹੈ ਕਿ ਜੋ ਜਗਤ ਦੀ ਮਰਿਆਦਾ ਨਾ, ਉਸ ਹੇਤ ਸਾਹਿਬਾਂ ਨੇ ਹਿਰਦੇ 'ਚ ਵਿਚਾਰਿਆ ਕਿ ਜੇਠੋ ਹੈ ਸਹੋਦਰ। ਸਹੋਦਰ ਕਹਿੰਦੇ ਨੇ ਸਹਿ ਉਦਰ। ਸਹਿ ਉਹੀ ਉਦਰ, ਉਹੀ ਢਿੱਡ, ਉਹੀ ਪੇਟ ਜਿਹਦੇ ਵਿੱਚ ਇੱਕ ਬੱਚਾ ਹੋਵੇ ਤੇ ਦੂਸਰਾ ਵੀ ਉਸੇ ਪੇਟ ਵਿੱਚੋਂ ਪੈਦਾ ਹੋਇਆ ਹੋਵੇ, ਉਹਨੂੰ ਕਹਿੰਦੇ ਸਹਿ ਉਦਰ। ਉਦਰ ਦਾ ਅਰਥ ਹੈ ਪੇਟ, ਢਿੱਡ, ਪੇਟ। ਹੁਣ ਉਦਰ ਤਾਂ ਇੱਕੋ ਹੀ ਹੈ, ਬੀਬੀ ਭਾਨੀ ਜੀ ਦਾ ਉਦਰ ਹੈ। ਉਸ ਉਦਰ ਦੇ ਵਿੱਚੋਂ ਹੀ ਬਾਬਾ ਪਿਰਥੀ ਚੰਦ, ਉਸੇ ਉਦਰ ਦੇ ਵਿੱਚੋਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਗਟ ਹੋਏ ਨੇ। ਇਸ ਵਾਸਤੇ ਕਿਹਾ ਜਾਂਦਾ ਸਹੋਦਰ, ਸਿੱਧਾ ਹੀ ਅਰਥ ਹੈ ਸਹੋਦਰ, ਸਹਿ ਉਦਰ, ਉਹੀ ਇੱਕੋ ਪੇਟ ਜਿਹਦੇ ਵਿੱਚੋਂ 2 ਭਰਾ ਜਨਮ ਲੈਣ। ਜੇਠੋ ਹੈ ਸਹੋਦਰ ਸਮੀਪ ਮਿਲੇ ਜਾਏ, ਕਿ ਜੋ ਸਾਡਾ ਵੱਡਾ ਭਰਾਤਾ ਨਾ ਪਿਰਥੀ ਚੰਦ, ਤੇ ਸਾਡਾ ਫਰਜ਼ ਬਣਦਾ ਕਿ ਉਹਦੇ ਪਾਸ ਜਾ ਕੇ ਉਹਨੂੰ ਮਿਲਣਾ ਕਰੀਏ। ਮਧੁਰ ਪ੍ਰਸਾਦ ਲੀਨ ਹਿਰਦੈ ਅਹਿਲਾਦ ਹਿਤ, ਗੋਪ ਬਾਦ ਠਾਨੇ ਨਹਿ ਐਸੇ ਚਿੱਤ ਲਿਆਏ ਕੈ। ਗੁਰੂ ਸਾਹਿਬ ਜੀ ਨੇ ਹੁਣ ਵੱਡੇ ਭਰਾਤਾ ਦੇ ਘਰ ਜਾਣ ਵਾਸਤੇ ਨਾਲ ਮਿੱਠਾ ਪ੍ਰਸ਼ਾਦ ਲੈ ਲਿਆ ਹੈ, ਮਠਿਆਈ ਦੇ ਆਦਿਕ ਲੈ ਲਈ, ਤੇ ਪਿਰਥੀ ਚੰਦ ਦਾ ਮਨ ਖੁਸ਼ ਕਰਨ ਵਾਸਤੇ ਤੇ ਆਪਣਾ ਦਿਲੀ ਭਾਵ ਪ੍ਰਗਟ ਕਰਨ ਵਾਸਤੇ, ਕਿਉਂਕਿ ਸਾਹਿਬਾਂ ਦੇ ਮਨ 'ਚ ਨਫ਼ਰਤ ਨਹੀਂ, ਈਰਖਾ ਨਹੀਂ, ਉਹ ਤਾਂ ਸਭ ਕੁਝ ਕੱਢ ਦੇਣ ਵਾਲੇ ਨੇ। ਤੇ ਜਾਣਦੇ ਨੇ ਮਨ ਵਿੱਚ ਕਿ ਗੋਪ ਬਾਦ ਠਾਨੇ ਨਹਿ, ਕਿ ਪਿਰਥੀ ਚੰਦ ਜਿਹੜਾ ਨਾ ਹੈ ਗੁਪਤ ਰੂਪ ਵਿੱਚ ਝਗੜਾ ਕਰਨ ਤੋਂ ਬਾਅਦ ਉਹਦਾ ਝਗੜਾ ਕਰਨਾ, ਈਰਖਾ ਤੇ ਨਫ਼ਰਤ ਕਰਨ ਤੋਂ ਕਦੀ ਬਾਜ ਆਉਣ ਵਾਲਾ ਨਹੀਂ ਹੈ। ਤਾਂ ਸਾਡਾ ਤਾਂ ਫਰਜ਼ ਹੈ ਨਾ ਕਿ ਸਾਡਾ ਵੱਡਾ ਭਰਾ ਦਾ ਸਤਿਕਾਰ ਕਰੀਏ। ਇਸ ਵਾਸਤੇ ਸਾਹਿਬ ਜੀ ਐਸੇ ਚਿੱਤ ਲਿਆਏ ਕਿ ਐਸੀ ਵਿਚਾਰ ਆਪਣੇ ਚਿੱਤ 'ਚ ਲਿਆ ਕਰਕੇ ਕਿ ਵੱਡੇ ਭਰਾ ਨੂੰ ਜਾ ਕੇ ਮਿਲਣਾ ਚਾਹੀਦਾ ਹੈ। ਘਰ ਵਿੱਚ ਪੁੱਤਰ ਦਾ ਆਗਮਨ ਹੋਇਆ ਹੈ ਤਾਂ ਉਹਨੂੰ ਮਠਿਆਈ ਦੀ ਆਦਿਕ ਦੇਣੀ ਚਾਹੀਦੀ ਹੈ। ਸਾਡੇ ਘਰ ਵਿੱਚ ਖੁਸ਼ੀ ਆਈ ਹੈ, ਇਸ ਵਾਸਤੇ ਵੱਡੇ ਦਾ ਸਤਿਕਾਰ ਕਰਨਾ ਇਹ ਸਮਾਜਿਕ ਰੀਤੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਇਸ ਰੀਤੀ ਨੂੰ ਨਿਭਾਉਣ ਵਾਸਤੇ ਚੱਲੇ ਹਨ। ਚਲੇ ਹਰ ਖਾਏ ਕੈ ਸੁਦਾਸ ਸਮੁਦਾਇ ਕੈ, ਉਪਾਇਨ ਉਠਾਏ ਕੈ ਜਿਠਾਈ ਤਾ ਰਖਾਈ ਕੈ। ਸਤਿਗੁਰੂ ਪਾਤਸ਼ਾਹ ਜੀ ਚੱਲੇ ਨੇ ਬੜੇ ਖੁਸ਼ ਹੋ ਕਰਕੇ, ਨਾਲ ਦਾਸਾਂ ਸੇਵਕਾਂ ਨੂੰ ਲੈ ਕੇ ਕੁਛ ਉਪਾਇਨ ਭੇਟਾ ਵੀ ਨਾਲ ਲੈ ਲਈ ਕਿ ਵੱਡੇ ਭਰਾਤਾ ਦਾ ਸਤਿਕਾਰ ਕੀਤਾ ਜਾਏ। ਜਿਠਾਈ ਤਾਂ ਰਖਾਏ ਗਏ, ਇਹ ਸਾਰਾ ਕੁਛ ਕਾਹਦੇ ਵਾਸਤੇ ਕਰ ਰਹੇ ਨੇ? ਭਾਈ ਸਾਹਿਬ ਕਹਿੰਦੇ ਵੱਡ ਪੁਣਾ ਰੱਖਣ ਵਾਸਤੇ, ਸਾਨੂੰ ਸਿਖਾਉਣ ਵਾਸਤੇ ਕਿ ਭਾਵੇਂ ਕੋਈ ਤੁਹਾਡੇ ਨਾਲ ਵੈਰ ਈਰਖਾ ਵੀ ਕਰੇ, ਪਰ ਜੇਕਰ ਉਮਰ ਕਰਕੇ ਵੱਡਾ ਨਾ, ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਜੇ ਕੋਈ ਆਪਣਾ ਭੈਣ ਭਰਾ ਹੈ ਤੇ ਸਮਾਜ ਦੇ ਵਿੱਚ ਤਦ ਹੀ ਚੰਗਾ ਲੱਗਦਾ ਜੇਕਰ ਮਿਲ ਵਰਤਨ ਰੱਖਿਆ ਜਾਏ। ਸੋ ਇਸ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਚੱਲੇ ਨੇ ਮਨ 'ਚ ਪ੍ਰਸੰਨ ਖੁਸ਼ ਹੋ ਕਰਕੇ ਕਿ ਜੋ ਵੱਡ ਪੁਣਾ ਹੈ ਉਹ ਸਾਨੂੰ ਰੱਖਣਾ ਚਾਹੀਦਾ, ਸਾਡਾ ਵੱਡਾ ਭਰਾਤਾ ਹੈ।
पृथ्वी के पास जाए, बंधन करी है पाए। आए से को पाए, बैठे राख कै जठाई को। ਪ੍ਰਿਥੀ ਚੰਦ ਦੇ ਪਾਸ ਚੱਲ ਕੇ ਗਏ ਦੀਨ ਦੁਨੀ ਦੇ ਮਾਲਕ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ। ਜਾਂਦਿਆਂ ਸਾਰੇ ਸਾਹਿਬਾਂ ਨੇ ਪ੍ਰਿਥੀ ਚੰਦ ਨੂੰ ਅਦਬ ਦਿੰਦਿਆਂ ਉਹਨੂੰ ਪਾਏ ਉਹਦੇ ਪੈਰਾਂ ਵਾਲੇ ਪਾਸੇ ਆਪਣੇ ਪਾਵਨ ਹਸਤ ਕਮਲ ਝੁਕਾਏ। ਤਰਲੋਕੀ ਦੇ ਮਾਲਕ ਨੇ ਜਿਹਦੇ ਅੱਗੇ ਕੁੱਲ ਦੁਨੀਆ ਝੁਕਦੀ ਹੈ, ਉਸ ਗੁਰੂ ਨੇ ਵੱਡੇ ਭਰਾਤਾ ਪ੍ਰਿਥੀ ਚੰਦ ਦਾ ਸਤਿਕਾਰ ਕਰਨ ਵਾਸਤੇ ਆਪਣੇ ਮੁਬਾਰਕ ਹਸਤ ਕਮਲ ਹੇਠਾਂ ਨੂੰ ਝੁਕਾਏ ਉਹਦੇ ਪੈਰਾਂ ਵਾਲੇ ਪਾਸੇ। ਆਏ ਸਕੋ ਪਾਏ, ਵੱਡੇ ਭਰਾਤਾ ਦਾ ਸਤਿਕਾਰ ਕਰਕੇ ਉਹਦੀ ਆਗਿਆ ਪਾ ਕਰਕੇ ਤੇ ਉਹਦੀ ਵਡਿਆਈ ਰੱਖਣ ਵਾਸਤੇ ਸਾਹਿਬ ਜੀ ਕੋਲ ਬੈਠ ਗਏ। ਗੰਗਾ ਮ੍ਰਿਦ ਬਾਣੀ ਬੋਲ, ਮਿਲੀ ਹੈ ਜਠਾਣੀ ਸਾਥ। ਟੇਕਿਓ ਮਾਥ, ਨੰਦ ਕੋ ਲਗਾਏ ਤਿਸ ਪਾਈ ਕੋ। ਸਾਡੇ ਮਾਤਾ ਗੰਗਾ ਜੀ ਨੇ ਵੀ ਜਾ ਕਰਕੇ ਮਿਲੇ ਤੇ ਮਿਰਦ ਬਾਣੀ ਬੜੇ ਮਿੱਠੇ ਪਿਆਰੇ ਬਚਨ ਬੋਲੇ ਹਨ। ਜਠਾਣੀ ਨੂੰ ਜਾ ਕੇ ਮਿਲੇ ਬੀਬੀ ਕਰਮੋ ਨੂੰ। ਵੱਡੇ ਥਾਂ ਵੱਡੀ ਸੀ ਉਮਰ ਕਰਕੇ ਉਹਨੂੰ ਟੇਕਿਓ ਮਾਤ, ਮੱਥਾ ਟੇਕਿਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਵੀ ਤਾਈ ਦੇ ਚਰਨਾਂ ਤੇ ਪੈਰਾਂ ਤੇ ਪਾਇਆ। ਹੈ ਤਾਂ ਸਲਾਇਕ ਨਹੀਂ ਸੀ, ਪਰ ਇਹ ਜੋ ਸਮਾਜ ਦਾ ਸੀ, ਜੋ ਸਮੇਂ ਦਾ, ਜੋ ਅੱਜ ਵੀ ਚੱਲਦਾ ਹੈ, ਸੋ ਨਫ਼ਰਤ ਨਾਲ ਨਫ਼ਰਤ ਨਹੀਂ ਮਿਟਦੀ। ਗੁਰੂ ਨਾਨਕ ਦੇ ਪਾਤਸ਼ਾਹ ਦੇ ਘਰ ਦੀ ਵਡਿਆਈ ਹੈ ਕਿ ਬੁਰਿਆਂ ਨਾਲ ਸਭ ਬੁਰਾ ਕਮਾਉਂਦੇ, ਮਾਫ ਕਰਨ ਕਈ ਸਿਆਣੇ। ਬੁਰਿਆਂ ਨਾਲ ਵੀ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਇਹ ਗੁਰੂ ਨਾਨਕ ਦਾ ਘਰ ਜਾਣਦਾ ਕਿ ਬੁਰਿਆਂ ਦਾ ਵੀ ਕਿਵੇਂ ਅਦਬ ਕਰੀਦਾ, ਉਹਨਾਂ ਨੂੰ ਵੀ ਪੁੱਠੇ ਕਰਮ ਕਰਨ ਤੋਂ ਕਿਵੇਂ ਹਟਾਇਆ ਜਾ ਸਕਦਾ ਹੈ। ਸਾਡੇ ਮਾਤਾ ਮਾਂ ਗੰਗਾ ਜੀ ਨੇ ਜਿੱਥੇ ਆਪਣੀ ਜਠਾਣੀ ਦਾ ਸਤਿਕਾਰ ਕੀਤਾ ਬੀਬੀ ਕਰਮੋਂ ਦਾ, ਉੱਥੇ ਆਪਣੇ ਪੁੱਤਰ ਨੂੰ ਉਹਦੇ ਪੈਰਾਂ ਤੇ ਪਾ ਕਰਕੇ ਨਮਸਕਾਰ ਕਰਵਾਏ। ਕਰ ਮੋ ਨਿਹਾਰ ਕਰ, ਸੁੰਦਰ ਲਿਲਾਰ ਮਹਾ। ਧੀਰਗ ਦਰਸ ਪਹਿਲੇ, ਭਾਗ ਵਡਿਆਈ ਕੋ। ਬੀਬੀ ਕਰਮੋ ਨੇ ਜਦੋਂ ਹੀ ਮੱਥੇ ਵੱਲ ਨਿਗਾਹ ਮਾਰੀ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬੜਾ ਵੱਡਾ ਦੀਰਘ ਮੁਖ ਮੰਡਲ ਹੈ, ਐ ਦਮਕਾ ਮਾਰਦਾ, ਰੂਹਾਨੀਅਤ ਭਰਿਆ ਹੋਇਆ ਮੁਖੜਾ। ਪਰ ਕਹਿੰਦੇ ਭਾਗਾਂ ਤੋਂ ਬਿਨਾਂ ਨਾ ਸ਼ਾਂਤੀ ਪ੍ਰਾਪਤੀ ਨਹੀਂ ਹੋ ਸਕਦੀ। ਸਵੰਤੀ ਬੂੰਦ ਉਹੀ ਹੈ, ਕੇਲੇ ਵਿੱਚ ਪੈ ਜੇ ਕਪੂਰ ਪੈਦਾ ਕਰ ਦਿੰਦੀ, ਹਾਥੀ ਦੇ ਮੱਥੇ 'ਚ ਡਿੱਗ ਪਵੇ ਮੋਤੀ ਪੈਦਾ ਕਰ ਦਿੰਦੀ, ਸੱਪ ਦੇ 'ਚ ਪੈ ਜੇ ਜ਼ਹਿਰ ਵਧਾ ਦਿੰਦੀ, ਗਿੱਦੜ ਦੇ ਸਿਰ 'ਚ ਪੈ ਜੇ ਹਲਕਾ ਕਰ ਦਿੰਦੀ ਹੈ, ਬੰਦੇ ਦੇ ਪੈ ਜਾਵੇ ਤਾਂ ਕਹਿੰਦੇ ਜੀਵਨ ਭਰ ਉਹਨੂੰ ਭੁੱਖ ਪਿਆਸ ਨਹੀਂ ਲੱਗਦੀ। ਬੂੰਦ ਤਾਂ ਇੱਕ ਹੈ, ਪਰ ਉਹਦਾ ਗੁਣ ਵੱਖ-ਵੱਖ ਹੈ ਥਾਵਾਂ ਕਰਕੇ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਮੁਖੜਾ ਉਹੀ ਹੈ, ਕਿਸੇ ਨੂੰ ਮਨ ਦੀ ਸ਼ਾਂਤੀ, ਆਤਮਿਕ ਅਡੋਲਤਾ ਤੇ ਟਿਕਾ ਦੇ ਦਿੰਦਾ। ਪਰ ਬੀਬੀ ਕਰਮੋ ਨੇ ਜਦੋਂ ਸੋਹਣਾ ਭਾਗਾਂ ਭਰਿਆ ਮੱਥਾ ਵੇਖਿਆ ਨਾ, ਵੇਖ ਕਰਕੇ ਭਾਈ ਸਾਹਿਬ ਕਹਿੰਦੇ ਉਹਦਾ ਕੀ ਹਾਲ ਹੋਇਆ। ਟੂਕ ਟੂਕ ਰਿਦਾ ਭਇਓ, ਜਲ ਬਲ ਸ਼ਾਰ ਥਿਓ। ਉਪਰ ਕਪਟ ਕੀਓ, ਦੁੱਧ ਵਿਖ ਨਿਆਈ ਕੋ। ਉਹਦਾ ਜਿਹੜਾ ਹਿਰਦਾ ਸੀ ਨਾ ਭਾਈ ਸਾਹਿਬ ਕਹਿੰਦੇ ਟੂਕ ਟੂਕ ਰਿਦਾ ਭਇਓ। ਟੂਕ ਟੂਕ ਇਹਦਾ ਟੁੱਟ ਟੁੱਟ ਕਰਕੇ ਜਾਣਾ। ਹਿਰਦਾ ਜਿਹੜਾ ਸੀ ਨਾ ਦਿਲ ਵਿੱਚ ਛੇਕ ਹੋ ਗਿਆ, ਕਾਲਜਾ ਹੀ ਫਟ ਗਿਆ ਉਹਦਾ। ਹੈ ਮੇਰੀ ਦਿਰਾਣੀ ਗੰਗਾ ਦੇ ਕੁੱਖ ਵਿੱਚ ਇਹੋ ਜਿਹਾ ਸੋਹਣਾ ਬਾਲਕ, ਇੰਨਾ ਸੁੰਦਰ ਬਾਲਕ, ਮੇਰਾ ਪੁੱਤਰ ਮਿਹਰਬਾਨ ਤਾਂ ਇੰਨਾ ਸੋਹਣਾ ਨਹੀਂ ਹੈ ਜਿੰਨਾ ਇਹਦਾ ਮੱਥਾ ਚਮਕਦਾ ਹੈ। ਵੇਖ ਕਰਕੇ ਉਹਦਾ ਕਾਲਜਾ ਭਾਈ ਸਾਹਿਬ ਕਹਿੰਦੇ ਫਟ ਗਿਆ। ਜਲ ਬਲ ਸ਼ਾਰ ਥੀ, ਉਹ ਸੜ ਬਲ ਕਰਕੇ ਕੋਲਾ ਹੋ ਗਿਆ ਉਹਦਾ ਮਨ ਜਿਹੜਾ ਸੀ ਕਰਮੋਂ ਦਾ। ਹੈ ਤਾਂ ਤਾਈ ਹੈ, ਪਰ ਭਾਈ ਸਾਹਿਬ ਕਹਿੰਦੇ ਉਹਦੇ ਮਨ ਦੀ ਹਾਲਤ ਪਤਲੀ ਪੈ ਗਈ। ਹਿਰਦਾ ਜਿਹੜਾ ਮਨ ਸੀ ਨਾ ਉਹ ਦੁਖੀ ਹੋ ਗਿਆ, ਈਰਖਾ ਦੀ ਅੱਗ 'ਚ ਸੜ ਕੇ ਸੁਆਹ ਹੋ ਗਿਆ। ਉੱਪਰ ਕਪਟ ਕੀਓ, ਦੂਧ ਵੇਖਣ ਲਿਆਏ ਕੋ। ਅੰਦਰੋਂ ਉਹਨੇ ਪਿਆਰ, ਬਾਹਰੋਂ ਤਾਂ ਉਹਨੇ ਪਿਆਰ ਪਿਉਰ ਦਿੱਤਾ, ਸਿਰ ਤੇ ਹੱਥ ਫੇਰਿਆ, ਚੰਗਾ ਕਿਹਾ। ਪਰ ਭਾਈ ਸਾਹਿਬ ਕਹਿੰਦੇ ਉੱਪਰ ਕਪਟ ਕੀਓ, ਉੱਪਰੋਂ ਕਹਿੰਦੇ ਜਿਹੜਾ ਇਹਨੇ ਕਪਟ ਕੀਤਾ ਸੀ ਨਾ, ਇਹ ਤਾਂ ਇਸ ਤਰ੍ਹਾਂ ਸੀ ਜਿਵੇਂ ਦੁੱਧ ਵੇਖਣ ਲਿਆਏ ਕੋ, ਜਿਵੇਂ ਦੁੱਧ ਦਾ ਘੜਾ ਭਰਿਆ ਹੋਵੇ ਤੇ ਉੱਪਰ ਥੱਲੇ ਜ਼ਹਿਰ ਦਾ ਘੜਾ ਭਰਿਆ, ਉੱਪਰ ਕੁਛ ਕੁ ਦੁੱਧ ਪਾਇਆ ਹੋਵੇ। ਹੈ ਸਾਰਾ ਥੱਲੇ ਜ਼ਹਿਰ ਹੈ ਘੜੇ ਵਿੱਚ, ਪਰ ਥੋੜਾ ਜਿਹਾ ਉੱਪਰ ਦੁੱਧ ਹੈ। ਵੇਖਣ ਨੂੰ ਦਿਸਦਾ ਕਿ ਸ਼ਾਇਦ ਦੁੱਧ ਦਾ ਘੜਾ ਹੈ, ਪਰ ਹੈ ਥੱਲੇ ਸਾਰਾ ਹੀ ਜ਼ਹਿਰ ਹੈ। ਇਸੇ ਤਰ੍ਹਾਂ ਦਾ ਹੀ ਕਰਮੋਂ ਦਾ ਹਿਰਦਾ, ਜਿਹੜੇ ਉਹਦੇ ਬੋਲ ਹੈ ਨਾ, ਮੁਖ ਤੇ ਬੋਲੇ ਮਿੱਠੀ ਬਾਣੀ, ਜੀਆਂ ਕੋਤ ਨਾ ਸੰਗੇ ਪ੍ਰਾਣੀ। ਉਹਦਾ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਹੈ ਕਿ ਮੂੰਹ ਤੋਂ ਤਾਂ ਕੁਛ ਕੁ ਸਮਾਂ ਮਿੱਠਾ ਬੋਲੀ, ਪਰ ਅੰਦਰੋਂ ਉਹਦਾ ਮਨ ਜਿਹੜਾ ਸੀ ਬੜਾ ਦੁਖੀ ਹੋਇਆ। ਆਸ਼ਕ ਕਹਿਤ ਚਰੰਜੀਵ ਸੁਤ ਹੋਹਿ ਤੋਹਿ,
ਕੁਸ਼ਲ ਪ੍ਰਸ਼ਨ ਕਰ ਗੋਦ ਮੈਂ ਬਿਠਾਇਓ ਉਹਨੇ ਹੈ। ਮਰਦਿਆਂ ਜਿਉਂਦਿਆਂ ਮਰੀ ਜੀ ਆਵਾਜ਼ ਦੇ ਨਾਲ ਨਾ ਸੀਸ ਦੇ ਹੀ ਦਿੱਤੀ। ਕੀ ਕਿਹਾ? ਚਿਰੰਜੀਵ ਸੁਤ ਗੰਗਾ ਤੇਰਾ ਪੁੱਤਰ ਲੰਮੀ ਉਮਰ ਵਾਲਾ ਹੋਵੇ। ਹੁਣ ਇਉਂ ਸਮਝੋ ਕਿ ਇਹ ਸੀਸ ਗੁਰੂ ਰਾਮਦਾਸ ਪਾਤਸ਼ਾਹ ਨੇ ਮੁਖ ਤੋਂ ਕਢਾਈ ਹੋਵੇ। ਅਕਸਰ ਉਹਦੀ ਨੋਹ ਸੀ, ਕੋਈ ਪੂਰਬਲਾ ਚੰਗਾ ਕਰਮ ਸੀ। ਗੁਰੂ ਰਾਮਦਾਸ ਪਾਤਸ਼ਾਹ ਦੀ ਨੋਹ ਹੋਣਾ ਕੋਈ ਛੋਟੀ ਗੱਲ ਨਹੀਂ। ਅੱਜ ਅਸੀਂ ਭਾਵੇਂ ਲੱਖ ਗਾਲਾਂ ਕੱਢੀਏ ਕਿ ਪਿਰਥੀਆ ਐ ਸੀ, ਪਿਰਥੀ ਆਉਂ ਸੀ, ਕਰਮੋ ਆਉਂ ਸੀ, ਪਰ ਜਿੱਥੇ ਤੱਕ ਸਵਾਲ ਹੈ ਨਾ, ਗੁਰੂ ਰਾਮਦਾਸ ਦੇ ਘਰ ਵਿੱਚ ਪੈਦਾ ਹੋਣਾ, ਉਹਨਾਂ ਦੀ ਕੁੱਲ ਵਿੱਚ ਆਉਣਾ ਕੋਈ ਛੋਟੀ ਗੱਲ ਨਹੀਂ ਸੀ। ਸੋ ਇਹ ਗੁਰੂ ਦੀਆਂ ਖੇਡਾਂ ਗੁਰੂ ਜਾਣੇ। ਅਸੀਂ ਇਸ ਗੱਲ ਵਿੱਚੋਂ ਕੀ ਲੈਣਾ ਕਿ ਉਹ ਕੀ ਕਰਦੇ ਸਨ। ਸੋ ਗੁਰੂ ਕੀ ਨਹੀਂ ਕਰ ਸਕਦਾ, ਚਾਹੁੰਦੇ ਸੁਧਾਰ ਨਹੀਂ ਸੀ ਸਕਦੇ ਕਿ ਕਰਮੋਂ ਗੁਰੂ ਪਾਤਸ਼ਾਹ ਦੀ ਵਿਚਾਰਧਾਰਾ ਨਾਲੋਂ ਆਤਮ ਸੱਤਿਆ ਨਾਲੋਂ ਤਗੜੀ ਸੀ। ਕਿਤੇ ਪਿਰਥੀ ਚੰਦ ਆਖੇ ਨਹੀਂ ਸੀ ਲੱਗ ਸਕਦਾ। ਨਹੀਂ, ਸਤਿਗੁਰੂ ਸਾਹਿਬ ਜੀ ਆਪਣੀ ਮੌਜ 'ਚ ਰਹੇ ਤੇ ਸਾਡਾ ਵੀ ਸੁਭਾਅ ਗੁਰੂ ਵਰਗਾ ਹੀ ਚਾਹੀਦਾ ਹੈ। ਸਾਡੇ ਮਨ ਵਿੱਚ ਵੀ ਇਹ ਕਥਾ ਸੁਣ ਕੇ ਪਿੱਛੇ ਜੇ ਮੈਨੂੰ ਸੁਣਨ ਨੂੰ ਮਿਲਿਆ, ਕਹਿੰਦੇ ਮਨ ਬੜਾ ਦੁਖੀ ਹੋ ਗਿਆ ਤੇ ਦਾਸ ਨੇ ਬੇਨਤੀ ਕੀਤੀ ਸੀ, ਨਹੀਂ ਜੇ ਗੁਰੂ ਸਾਹਿਬ ਖੁਸ਼ ਨੇ, ਗੁਰੂ ਸਾਹਿਬ ਉਤਰਾਅ ਚੜ੍ਹਾਵੇ 'ਚ ਨਹੀਂ ਆਉਂਦੇ ਤੇ ਸਿੱਖ ਵੀ ਇਸੇ ਤਰ੍ਹਾਂ ਚਾਹੀਦਾ। ਸਾਨੂੰ ਕਥਾ ਸੁਣ ਕੇ ਪਿਰਥੀ ਚੰਦ ਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਤਾਂ ਕਥਾ ਦਾ ਫਲ ਗਵਾ ਬੈਠਾਂਗੇ ਇਸ ਤਰ੍ਹਾਂ ਕਰਾਂਗੇ ਤਾਂ। ਸੋ ਇਹ ਸਾਰਾ ਜੋ ਵਰਤਾਵਾ ਸੀ ਇਸੇ ਤਰ੍ਹਾਂ ਹੀ ਵਰਤਣਾ ਸੀ। ਗੁਰੂ ਨੂੰ ਭਾਉਂਦਾ ਹੀ ਇਸ ਤਰ੍ਹਾਂ ਸੀ ਤੇ ਅਸੀਂ ਇਸ ਖੇਡ ਵਿੱਚ ਦਖਲਅੰਦਾਜ਼ੀ ਕਰਕੇ ਆਪ ਮਾੜੇ ਭੈੜੇ ਕਰਮਾਂ ਦੇ ਭਾਗੀ ਕਿਉਂ ਬਣੀਏ। ਇਸ ਵਾਸਤੇ ਕਥਾ ਦੇ ਵਹਿਮ ਦੇ ਨਾਲ ਵਹਿਣਾ ਤਾਂ ਸਿੱਖ ਦਾ ਫਰਜ਼ ਹੈ, ਪਰ ਕਥਾ ਦੇ ਉਸ ਵਹਿਣ ਨੂੰ ਕਿਸੇ ਇੱਕ ਚੀਜ਼ ਨੂੰ ਜਿਹੜੀ ਨੀਵੇਂ ਪਾਸੇ ਜਾਣ ਵਾਲੀ ਉਸ ਨੂੰ ਲੈ ਕਰਕੇ ਤੇ ਕਟਾਕਸ਼ ਕਰਨਾ, ਜੀ ਇਹ ਚੰਗਾ ਨਹੀਂ ਕੀਤਾ, ਇਹ ਮਾੜਾ ਕੀਤਾ, ਇਹ ਠੀਕ ਨਹੀਂ ਹੈ, ਇਹ ਠੀਕ ਨਹੀਂ ਹੈ। ਸੋ ਇਹ ਗੁਰਮਤ ਆਸ਼ੇ ਤੋਂ ਬੜੀ ਦੂਰ ਦੀ ਗੱਲ ਹੈ। ਸੋ ਸਾਨੂੰ ਗੁਰੂ ਦੀ ਮੱਤ ਨਾਲ ਜੁੜਨਾ ਚਾਹੀਦਾ ਹੈ। ਜੇਕਰ ਮਾਈ ਬੀਬੀ ਕਰਮ ਵਾਲੇ ਕੁਛ ਇੱਥੇ ਮਾੜਾ ਆਇਆ ਹੈ ਤੇ ਸਾਧ ਸੰਗਤ ਦੀ ਬੇਨਤੀ ਹੱਥ ਜੋੜ ਕੇ ਉਹਦੇ ਪ੍ਰਤੀ ਕਿਸੇ ਤਰ੍ਹਾਂ ਦੀ ਨਫ਼ਰਤ ਪੈਦਾ ਨਹੀਂ ਹੋਣੀ ਚਾਹੀਦੀ, ਈਰਖਾ ਨਹੀਂ ਆਉਣੀ ਚਾਹੀਦੀ, ਕਿਉਂਕਿ ਫਿਰ ਅਸੀਂ ਨੀਵੇਂ ਪਾਸੇ ਚਲੇ ਜਾਵਾਂਗੇ। ਕਿਸੇ ਦਾ ਔਗਣ ਫਰੋਲੀਏ, ਕਿਸੇ ਦੇ ਔਗਣ ਦਾ ਜ਼ਿਕਰ ਕਰੀਏ ਤੇ ਇੱਕ ਦਿਨ ਔਗਣ ਸਾਡੇ ਵਿੱਚ ਜ਼ਰੂਰ ਆ ਜਾਂਦਾ, ਮੱਲੋ ਮੱਲੀ ਆ ਜਾਂਦਾ ਹੈ। ਇਸ ਵਾਸਤੇ ਔਗਣਾਂ ਤੋਂ ਗੁਰੂ ਬਚਾਵੇ। ਭਾਈ ਸਾਹਿਬ ਕਹਿੰਦੇ ਨੇ ਕਿ ਬੀਬੀ ਕਰਮੋਂ ਨੇ ਅਸੀਸ ਦੇ ਦਿੱਤੀ, ਚਿਰ ਜੀਵ ਸੁਤ ਹੋਏ ਤੋਹੇ ਕੁਸ਼ਲ ਕ੍ਰਿਸ਼ਨ ਕਰ ਗੋਦ ਮੈਂ ਬਿਠਾਇਓ ਹੈ। ਗੰਗਾ ਜੀ ਤੁਹਾਡਾ ਪੁੱਤਰ ਚਿਰ ਜੀਵੇ, ਲੰਮੀਆਂ ਉਮਰਾਂ ਮੰਨਣ ਵਾਲਾ ਹੋਵੇ, ਇਸ ਤਰ੍ਹਾਂ ਸੁਖ ਸਾਂਦ ਪੁੱਛੀ ਹੈ। ਤੇ ਬੀਬੀ ਕਰਮੋਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਗੋਦ ਵਿੱਚ ਵੀ ਬਿਠਾਇਆ ਹੈ। ਤੇ ਹੁਣ ਬਾਲਕ ਸਰੂਪ ਵਿੱਚ ਗੁਰੂ ਸਾਹਿਬ ਜੀ ਗੋਦ 'ਚ ਬੈਠੇ ਨੇ ਤੇ ਇਹਦਾ ਭਾਵ ਹੈ ਕਿ ਕਰਮੋਂ ਦਾ ਕੋਈ ਚੰਗਾ ਭਾਗ ਸੀ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਗੋਦ ਵਿੱਚ ਬੈਠੇ। ਭਾਵੇਂ ਉਹਦੇ ਕੋਈ ਪੂਰਬਲੇ ਕਰਮ ਚੰਗੇ ਸਨ ਜਾਂ ਮੰਦੇ ਸਨ, ਅਸੀਂ ਉਹਨਾਂ ਤੋਂ ਕੁਛ ਨਹੀਂ ਲੈਣਾ, ਪਰ ਫਿਰ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਦੀ ਗੋਦ ਵਿੱਚ ਬੈਠੇ ਨੇ, ਉਹਨਾਂ ਦਾ ਪਾਰ ਉਤਾਰਾ ਤਾਂ ਫਿਰ ਹੋ ਹੀ ਗਿਆ ਹੈ। ਇਹਦੇ 'ਤੇ ਤਾਂ ਸ਼ੱਕ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉਹਨੇ ਗੋਦ ਵਿੱਚ ਬਿਠਾਇਆ ਹੈ। ਇਤਨੇ ਮੈਂ ਸਤਿਗੁਰ ਦਾਸ ਕੋ ਪਠਾਇਓ ਤਹਾਂ, ਲਿਆਏ ਕਰ ਪ੍ਰਿਥੀ ਕੇ ਪਾਏ ਪਰ ਪਾਇਓ ਹੈ। ਇੰਨੇ ਸਮੇਂ ਤੱਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੇਵਾਦਾਰ ਨੂੰ ਘੱਲ ਦਿੱਤਾ ਕਿ ਜਾਓ ਸਾਹਿਬਜ਼ਾਦਾ ਜੀ ਨੂੰ ਲੈ ਕੇ ਆਓ, ਤਾਇਆ ਜੀ ਨੂੰ ਵੀ ਆ ਕਰਕੇ ਮਿਲੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਧਰਮ ਸੁਪਤਨੀ ਸਾਡੇ ਮਾਤਾ ਗੰਗਾ ਜੀ ਪਹਿਲਾਂ ਆਪਣੀ ਜਠਾਣੀ ਨੂੰ ਆ ਕਰਕੇ ਮਿਲੇ ਨੇ ਸਾਹਿਬਜ਼ਾਦਾ ਜੀ ਨੂੰ ਲੈ ਕਰਕੇ। ਸੋ ਦਰਾਣੀ ਜਠਾਣੀ ਮਿਲ ਕੇ ਬੈਠੀਆਂ ਨੇ ਤੇ ਸਾਹਿਬਾਂ ਨੇ ਸੇਵਾਦਾਰ ਨੂੰ ਘੱਲਿਆ ਕਿ ਤਾਇਆ ਜੀ ਨੂੰ ਵੀ ਮਿਲਾਇਆ ਜਾਏ, ਸਾਹਿਬਜ਼ਾਦਾ ਜੀ ਤਾਈ। ਇਸ ਵਾਸਤੇ ਜਾਓ ਸਾਹਿਬਜ਼ਾਦਾ ਜੀ ਨੂੰ ਲੈ ਕੇ ਆਓ ਤੇ ਪ੍ਰਿਥੀਏ ਕੇ ਪਾਏ ਪਰ ਪਾਇਓ ਹੈ। ਸੋ ਸੇਵਾਦਾਰ ਲੈ ਕੇ ਆਇਆ ਤੇ ਤਾਏ ਪ੍ਰਿਥੀ ਚੰਦ ਦੇ ਪੈਰਾਂ ਤੇ ਵੀ ਨਮਸਕਾਰ ਕਰਵਾਈ ਹੈ। ਆਪ ਕੀ ਕਿਰਪਾ ਤੇ ਜੈਸੇ ਕਿਰਪਨ ਲਹੈ ਸੁਧਨ, ਤੈਸੇ ਹੀ ਇਹ ਨੰਦਨ ਸਦਨ ਮੈਂ ਸੁਹਾਇਓ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਭਰਾਤਾ ਜੀ ਜਿਵੇਂ ਕਿਸੇ ਕੰਜੂਸ ਨੂੰ ਨਾ ਧਨ ਪਿਆਰਾ ਹੁੰਦਾ ਹੈ, ਧਨ ਸਾਂਭ ਸਾਂਭ ਕੇ ਰੱਖਦਾ ਹੈ, ਇਸੇ ਤਰ੍ਹਾਂ ਹੀ ਆ ਸਾਹਿਬਜ਼ਾਦਾ ਜੀ ਗੁਰੂ ਕਿਰਪਾ ਨਾਲ ਸਾਨੂੰ ਪ੍ਰਾਪਤ ਹੋਏ ਨੇ, ਤੁਹਾਡੀ ਕਿਰਪਾ ਹੋਈ ਹੈ। ਤੈਸੇ ਹੀ ਨੰਦਨ ਇਹ ਨੰਦਨ ਸਦਨ ਮੈਂ ਸੁਹਾਇਓ ਹੈ। ਸੋਹਣੇ ਘਰ ਵਿੱਚ ਸਾਡਾ ਸਾਹਿਬਜ਼ਾਦਾ ਸ਼ੋਭਾ ਪਾਉਂਦਾ ਹੈ। ਜਾਨੋ ਨਿਜ ਦਾਸ ਕੀਜੈ ਆਸ਼ਿਖਾ ਪ੍ਰਕਾਸ਼ ਸ਼ੁਭ,
ਉਮਰ ਵਿਸਾਲ ਹੋਏ ਜੈਸੇ ਜਨਮ ਆਇਓ ਤੇ ਹੈ। ਭਰਾਤਾ ਜੀ ਆਪਣੇ ਭਤੀਜੇ ਨੂੰ ਆਸ਼ਕਾ ਪ੍ਰਕਾਸ਼ ਕਰੋ, ਅਸੀਸ ਬਖਸ਼ੋ, ਅਸੀਸ ਦਿਓ ਕਿ ਲੰਮੀ ਉਮਰ ਵਾਲਾ ਹੋਵੇ ਜੈਸੇ ਜਨਮਾਇਓ ਹੈ। ਜਿਸ ਤਰ੍ਹਾਂ ਇਹ ਪ੍ਰਗਟ ਹੋਇਆ ਨਾ ਇਸੇ ਤਰ੍ਹਾਂ ਉਮਰਾਂ ਮਾਨਣ ਵਾਲਾ ਹੋਵੇ, ਲੰਮੀ ਉਮਰ ਵਾਲਾ ਹੋਵੇ। ਤੁਹਾਡਾ ਭਤੀਜਾ ਹੈ, ਤੁਹਾਡਾ ਫਰਜ਼ ਵੀ ਬਣਦਾ ਅਸੀਸ ਦੇਣ ਦਾ। ਇਸ ਵਾਸਤੇ ਅਸੀਸ ਦਿਓ ਤੇ ਆਪਣਾ ਦਾਸ ਜਾਣੋ, ਸੇਵਕ ਜਾਣੋ, ਤੁਹਾਡਾ ਆਪਣਾ ਹੈ। ਦੇਖਤ ਬਿਸਮ ਗਇਓ ਹਿਰਦੈ ਮਹਾਗਮ ਭਇਓ। ਵਧਿਓ ਮਨ ਕੰਮ ਥਿਓ ਸੁੰਦਰ ਸੁਨੰਦ ਜਾਨ। ਤੇ ਭਾਈ ਸਾਹਿਬ ਕਹਿੰਦੇ ਕਿ ਜਦੋਂ ਹੀ ਪਿਰਥੀ ਚੰਦ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਮੁਖੜਾ ਤੱਕਿਆ, ਮੁਖੜੇ ਵੱਲ ਵੇਖਿਆ ਤੇ ਉਹ ਆਪਣਾ ਆਪ ਹੀ ਭੁੱਲ ਗਿਆ। ਦੇਖਤ ਬਿਸਮਰ ਹੈਰਾਨ ਰਹਿ ਗਿਆ ਕਿ ਮੈਂ ਤਾਂ ਅਵਾ ਤਵਾ ਬੋਲਦਾ ਸੀ ਕਿ ਗੁਰੂ ਅਰਜਨ ਦੇ ਘਰ ਵਿੱਚ ਕੋਈ ਔਲਾਦ ਨਹੀਂ ਹੋਣੀ। ਕਰਮੋ ਐਵੇਂ ਨਾ ਘਬਰਾਇਆ ਕਰ, ਸਾਡਾ ਘਰ ਵਿੱਚ ਸਭ ਕੁਛ ਆਉਣਾ। ਤੇ ਇਹ ਕੀ ਬਣ ਗਿਆ ਹੈ? ਹਿਰਦੇ ਮਹਾ ਗਮ ਪਇਓ, ਬੜਾ ਗਮ, ਬੜੀ ਚਿੰਤਾ ਮਨ ਵਿੱਚ ਵੱਧ ਗਈ। ਵਧਿਓ ਮਨ ਕੰਮ ਥਿਓ, ਜਿਹੜਾ ਮਨ ਬੜਾ ਵਧਿਆ ਹੋਇਆ ਸੀ ਨਾ ਕਿ ਕੋਈ ਗੱਲ ਨਹੀਂ, ਜੋ ਸੁੱਖਾਂ ਦੇ ਸਾਧਨ ਗੁਰੂ ਅਰਜਨ ਦੇਵ ਦੇ ਘਰ ਨੇ ਇੱਕ ਦਿਨ ਮੇਰੇ ਘਰ ਆਉਣਗੇ, ਉਹ ਆਸਾਂ ਦੇ ਪਾਣੀ ਫਿਰ ਗਿਆ। ਕੀ ਹੋਇਆ? ਵਧਿਓ ਮਨ ਕੰਮ ਥਿਓ, ਵਧਿਆ ਹੋਇਆ ਜਿਹੜਾ ਮਨ ਸੀ ਨਾ ਥੋੜਾ ਹੋ ਗਿਆ। ਦਿਲ ਕਈ ਵਾਰੀ ਕਿਹਾ ਜਾਂਦਾ ਦਿਲ ਵੱਡਾ ਹੋ ਗਿਆ ਹੈ। ਤੇ ਦਿਲ ਵੱਡਾ ਕਿਵੇਂ ਹੋ ਜਾਂਦਾ ਕਿ ਉਹਦਾ ਚਾਅ ਖੁਸ਼ੀ ਵੱਧ ਜਾਂਦੀ। ਦਿਲ ਛੋਟਾ ਕਿਵੇਂ ਹੁੰਦਾ? ਜਿਵੇਂ ਇੱਥੇ ਲਿਖਿਆ ਵਧਿਓ ਮਨ ਕੰਮ ਥਿਓ, ਜਿਹੜਾ ਵਧਿਆ ਹੋਇਆ ਮਨ ਸੀ ਨਾ, ਦਿਲ ਸੀ, ਉਸ ਕੰਮ ਹੋ ਗਿਆ, ਥੋੜਾ ਹੋ ਗਿਆ। ਕਦੋਂ ਹੋਇਆ? ਸੁੰਦਰ ਸੁਨੰਦ ਜਾਨ, ਗੁਰੂ ਅਰਜਨ ਦੇ ਪਾਤਸ਼ਾਹ ਦਾ ਸਾਹਿਬਜ਼ਾਦਾ ਸੋਹਣਾ ਸੁਨੱਖਾ ਤੇ ਸੁੰਦਰ ਜਾਣ ਕੇ ਪਿਰਥੀ ਚੰਦ ਨੂੰ ਭਾਈ ਸਾਹਿਬ ਕਹਿੰਦੇ ਉਹ ਸਮਝੋ ਜੋ ਗੱਛ ਪੈ ਗਈ ਹੋਵੇ, ਗਮ ਦੇ ਵਹਿਣ ਵਿੱਚ ਵਹਿ ਤੁਰਿਆ। ਮਾਧੁਰ ਬਚਨ ਕਹਿਓ ਹੋਵੇ ਚਿਰ ਜੀਵ ਵਾਲ। ਆਰ ਭਲਾ ਅਧਿਕ ਆਨੰਦ ਕੋ ਬਿਲੰਦ ਠਾਨ। ਉਦਾਂ ਭਾਵੇਂ ਨਾ ਹੀ ਕਹਿੰਦਾ, ਪਰ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਸੀ ਨਾ ਆਪਣੇ ਭਤੀਜੇ ਨੂੰ ਅਸੀਸ ਦੇਵੋ। ਤੇ ਹੁਣ ਪਿਰਥੀ ਚੰਦ ਨੇ ਕਹਿ ਦਿੱਤਾ ਮੂੰਹ ਤੋਂ ਮਿੱਠਾ ਜਿਹਾ ਬੋਲ ਕੇ। ਭਾਈ ਸਾਹਿਬ ਕਹਿੰਦੇ ਆਖਿਆ ਹੋਵੇ ਚਿਰ ਜੀਵ ਬਾਲ ਆਰ ਭਲਾ ਅਧਿਕ, ਕਿ ਤੁਹਾਡਾ ਬਾਲਕ ਜਿਹੜਾ ਚਿਰਜੀਵੀ ਹੋਵੇ, ਲੰਮੀ ਉਮਰਾਂ ਵਾਲਾ ਹੋਵੇ, ਆਰ ਭਲਾ ਲੰਮੀ ਉਮਰ ਹੋਵੇ, ਬਹੁਤਾ ਆਨੰਦ ਤੇ ਸੁਖ ਜੀਵਨ ਵਿੱਚ ਮਨ ਨਾ ਕਰੇ। ਮੋਰ ਜਿਮ ਬਾਕ ਆਛੇ ਜੀਵਨ ਕੋ ਭਛ ਕਾਛੇ। ਬੰਚਕ ਜਿਉ ਕਹੈ ਕਛ ਰਾਖੇ ਕਛ ਹਿਰਦੈ ਆਨ। ਤੇ ਭਾਈ ਸਾਹਿਬ ਜੀ ਨੇ ਪਿਰਥੀ ਚੰਦ ਦੀ ਅੰਦਰ ਦੀ ਬਿਰਤੀ ਵਰਣਨ ਕੀਤੀ ਹਨ। ਮੋਰ ਬੋਲੇ 'ਚ ਬੜਾ ਸੋਹਣਾ ਹੈ। ਸਵੇਰੇ ਸਵੇਰੇ ਕਿਤੇ ਬੋਲੇ ਐ ਜਿਵੇਂ ਛੋਟਾ ਜਵਾਕ ਬੋਲ ਰਿਹਾ ਹੋਵੇ। ਛੋਟੇ ਜਵਾਕ ਦੀ ਆਵਾਜ਼ ਜਿਵੇਂ ਹੁੰਦੀ ਇਸ ਤਰ੍ਹਾਂ ਬੋਲਦਾ ਮੋਰ ਦੀ ਆਵਾਜ਼ ਹੈ, ਮੋਰ ਦਾ ਬੋਲ ਹੈ। ਜਿੱਥੇ ਮਾਲਕ ਨੇ ਮੋਰ ਨੂੰ ਖੂਬਸੂਰਤੀ ਬਖਸ਼ੀ ਹੈ, ਉੱਥੇ ਉਹਦੀ ਆਵਾਜ਼ ਵੀ ਬੜੀ ਚੰਗੀ ਹੈ। ਭਾਈ ਸਾਹਿਬ ਕਹਿੰਦੇ ਪਿਰਥੀ ਚੰਦ ਦਾ ਜਿਹੜੀ ਆਵਾਜ਼ ਹੈ ਨਾ ਉਹ ਤਾਂ ਮੋਰ ਵਰਗੀ ਹੈ। ਮੋਰ ਜਿਮ ਬਾਕ ਆਛੇ, ਜਿਵੇਂ ਮੋਰ ਦੇ ਵਾਕ ਬੋਲ ਅੱਛੇ ਨੇ। ਜੀਵਨ ਕੋ ਕਛ ਭਛ ਕਾਛੇ, ਪਰ ਉਹਦਾ ਜੀਵਨ ਚੰਗਾ ਨਹੀਂ ਹੈ ਕਿਉਂਕਿ ਕੀੜੇ ਮਕੌੜੇ ਖਾਂਦਾ ਹੈ। ਉਹਦੀ ਖੁਰਾਕ ਕੀੜੇ ਮਕੌੜੇ ਨੇ। ਵੇਹਦਾ ਫਿਰਦਾ ਕਿਥੋਂ ਕੀੜਾ ਮਕੌੜਾ ਲੱਭੇ ਤੇ ਅੰਦਰ ਲਗਾਵਾਂ। ਬੰਚਕ ਜਿਉ ਕਹੇ ਕੁਛ ਰਾਖੇ ਕੁਛ ਹਿਰਦੇ ਆਨ। ਜਿਵੇਂ ਮੋਰ ਜਿਹੜਾ ਨਾ ਇੱਕ ਠੱਗ ਬਿਰਤੀ ਰੱਖਦਾ ਹੈ ਕਿ ਬਾਹਰੋਂ ਤਾਂ ਬੜਾ ਸੁੰਦਰ ਹੈ, ਵੇਖਣ ਨੂੰ ਸੁੰਦਰ ਹੈ, ਬੋਲਦਾ ਵੀ ਬੜਾ ਸੋਹਣਾ ਹੈ, ਪਰ ਕੀੜੇ ਮਕੌੜੇ ਖਾਈ ਜਾਂਦਾ ਹੈ। ਇਸ ਤਰ੍ਹਾਂ ਇਹ ਬੰਚਕ ਉਹਦਾ ਠੱਗ ਸੁਭਾਅ ਹੈ। ਤੇ ਪਿਰਥੀ ਚੰਦ ਦਾ ਸੁਭਾਅ ਵੀ ਕਹਿੰਦੇ ਠੱਗ ਵਰਗਾ ਹੀ ਹੈ। ਰਾਖੇ ਕੁਛ ਹਿਰਦੇ ਆਨ, ਮੂੰਹੋਂ ਕੁਛ ਹੋਰ ਬੋਲਦਾ ਹੈ ਤੇ ਬਾਹਰੋਂ ਅੰਦਰੋਂ ਕੁਛ ਹੋਰ ਤੇ ਬਾਹਰੋਂ ਕੁਛ ਹੋਰ ਕਰਦਾ ਹੈ। ਘਟੇ ਮੁਖ ਦੂਧ ਧਰੈ ਪੇਟ ਬਿਖ ਸੰਗ ਭਰੈ। ਤੈਸੇ ਕੋ ਕਰਮ ਕਰੈ ਸੰਕਟ ਮਹਾਨ ਮਾਨ। ਤੇ ਪਿਰਥੀ ਚੰਦ ਦੀ ਹਾਲਤ ਦੱਸ ਰਿਹਾ ਕਿ ਘਟੇ ਮੁਖ ਦੂਧ ਧਰੇ। ਜਿਵੇਂ ਨਾ ਘੜੇ ਦੇ ਮੁਖ ਮੂੰਹ ਦੇ ਉੱਪਰ ਦੁੱਧ ਰੱਖਿਆ ਹੋਵੇ, ਦੁੱਧ ਉੱਪਰ ਦੁੱਧ ਹੋਵੇ, ਪਰ ਪੇਟ ਬਿਖ ਸੰਗ ਭਰੈ। ਬਿਖ ਹੁੰਦੀ ਜ਼ਹਿਰ, ਘੜੇ ਦਾ ਹੇਸਲਾ ਹਿੱਸਾ ਸਾਰਾ ਪੇਟ ਜਿਹੜਾ ਘੜੇ ਦਾ ਢਿੱਡ ਹੈ ਉਹ ਜ਼ਹਿਰ ਨਾਲ ਭਰਿਆ ਹੋਵੇ, ਪਰ ਉੱਪਰ ਥੋੜਾ ਜਿਹਾ ਦੁੱਧ ਪਾਇਆ ਹੋਵੇ। ਤੈਸੇ ਸੋ ਕਰਮ ਕਰ ਸੰਕਟ ਮਹਾਨ ਮਾਨ। ਇਸੇ ਤਰ੍ਹਾਂ ਹੀ ਪਿਰਥੀ ਚੰਦ ਬੁਰੇ ਕਰਮ ਕਰਦਾ, ਮਾੜੇ ਕਰਮ ਕਰਦਾ, ਬਾਹਰੋਂ ਕੁਛ ਹੋਰ ਤੇ ਅੰਦਰੋਂ ਕੁਛ ਹੋਰ ਹੈ।
ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਾ ਨੂੰ ਵੇਖ ਕਰਕੇ ਉਹਨੇ ਅੰਦਰੋਂ ਬੜਾ ਸੰਕਟ ਮੰਨਿਆ, ਬਹੁਤ ਭਾਰੀ ਦੁਖੀ ਹੋਇਆ। ਸੰਮਤ ਕਿਤਕ ਕੋ ਆਨੰਦ ਸੰਗ ਭਇਓ ਆਨੰਦ, ਗੁਰੂ ਤਬ ਕਹਿਓ ਅਬ ਤੀਸਰੇ ਬਰਸ ਕੋ। ਤੇ ਸਤਿਗੁਰੂ ਪਾਤਸ਼ਾਹ ਜੀ ਪੁੱਛਣ ਲੱਗਾ ਪਿਰਥੀ ਚੰਦ ਕਿ ਤੁਹਾਡਾ ਸਾਹਿਬਜ਼ਾਦਾ ਕਿੰਨੇ ਕੁ ਸਾਲਾਂ ਦਾ ਹੋ ਗਿਆ ਹੈ? ਸੰਮਤ ਕਿਤਕ ਆਨੰਦ ਸੰਗ ਭਇਓ ਆਨੰਦ, ਸੁਖ ਨਾਲ ਇਹ ਬੱਚਾ ਤੁਹਾਡਾ ਕਿੰਨੇ ਕੁ ਸਾਲਾਂ ਦਾ ਹੋ ਗਿਆ? ਜਿਵੇਂ ਪੁੱਛਿਆ ਜਾਂਦਾ ਨਾ ਸੁਖ ਨਾਲ ਕਿੰਨੇ ਕੁ ਸਾਲਾਂ ਦਾ, ਤੇ ਪਿਰਥੀ ਚੰਦ ਨੇ ਵੀ ਉਹੀ ਬੋਲਿਆ, ਕਹਿਣ ਲੱਗਾ ਸੰਮਤ ਕਿਤਕ ਕੋ ਆਨੰਦ ਸੰਗ ਭਇਓ ਆਨੰਦ, ਆਨੰਦ ਨਾਲ ਸੁਖ ਨਾਲ ਤੁਹਾਡਾ ਬੱਚਾ ਕਿੰਨੇ ਕੁ ਸਾਲਾਂ ਦਾ ਹੋ ਗਿਆ ਹੈ? ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਉਹ ਤੀਸਰਾ ਵਰ੍ਹਾ ਚੱਲਣ ਦਿਆ ਹੈ, ਤੀਜੇ ਸਾਲ ਦੇ ਵਿੱਚ ਪ੍ਰਵੇਸ਼ ਹੋਇਆ ਹੈ। ਸਾਹਿਬਾਂ ਨੇ ਉੱਤਰ ਦਿੱਤਾ, ਕੁਸ਼ਲ ਪ੍ਰਸ਼ਨ ਦੋ ਦਿਸ ਤੇ ਸਕਲ ਕਹੀ, ਕੋ ਘਟੀ ਬੈਠੇ ਸਿਸ ਅੰਗਨ ਪਰਸ ਕੋ। ਕੁਸ਼ਲ ਪ੍ਰਸ਼ਨ ਹੁੰਦੀ ਹੈ, ਸੁਖ ਸਾਂਦ ਦੋਵਾਂ ਤਰਫਾਂ ਤੋਂ ਪੁੱਛਣੀ, ਦੋਵਾਂ ਪਾਸਿਆਂ ਤੋਂ ਸੁਖ ਸਾਂਦ ਪੁੱਛੀ, ਬਚਨ ਬਿਲਾਸ ਹੋਵੇ ਦੋਵੇਂ ਭਰਾਤਾਂ ਦੋਵੇਂ ਭਰਾਵਾਂ ਦੇ। ਕੁਝ ਕੁ ਸਮਾਂ ਸਤਿਗੁਰੂ ਪਾਤਸ਼ਾਹ ਜੀ ਵੱਡੇ ਭਰਾਤਾ ਕੋਲ ਬੈਠੇ, ਸਾਹਿਬਜ਼ਾਦਾ ਜੀ ਨੂੰ ਵੀ ਪਿਰਥੀ ਚੰਦ ਨੇ ਆਪਣੀ ਗੋਦ 'ਚ ਬਿਠਾਇਆ ਹੈ। ਸੋ ਸਿਸ ਅੰਗਨ ਪਰਸ ਕੋ, ਸਾਹਿਬਜ਼ਾਦਾ ਜੀ ਦੀ ਅੰਗ ਟੋਹ ਕਰਕੇ ਵੇਖੇ ਪਿਰਥੀ ਚੰਦ ਨੇ, ਬਾਹਾਂ ਕਿੰਨੀਆਂ ਕੁ ਲੰਮੀਆਂ ਹਨ, ਭੁਜਾਵਾਂ ਕਿਸ ਤਰ੍ਹਾਂ ਦੀਆਂ ਨੇ, ਲੱਤਾਂ ਕਿੰਨੀਆਂ ਬਲ ਵਾਲੀਆਂ ਨੇ, ਮੁੱਖ ਮੰਡਲ ਕਿਹੋ ਜਿਹਾ, ਬੜੀ ਐ ਰੀਝ ਲਾ ਕਰਕੇ ਸਾਹਿਬਾਂ ਜੀ ਦੇ ਚਿਹਰੇ ਦੇ ਨੈਣ ਨਕਸ਼ ਨਿਹਾਰ ਨੂੰ ਤੱਕਿਆ। ਸ੍ਰੀ ਹਰਿ ਗੋਬਿੰਦ ਸੰਗ ਆਪ ਲੈ ਉਠਤ ਪਏ, ਗਮਨੇ ਬਹੁਰ ਮਹਾਦੇਵ ਕੇ ਦਰਸ ਕੋ। ਸੋ ਇਸ ਤਰ੍ਹਾਂ ਭਾਈ ਸਾਹਿਬ ਦੱਸ ਰਹੇ ਨੇ ਕਿ ਕੁਝ ਸਮਾਂ ਬੈਠ ਕੇ ਭਰਾਤਾ ਦੇ ਕੋਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਨਾਲ ਲੈ ਕਰਕੇ ਉੱਠ ਪਏ, ਤੇ ਗਮਨੇ ਬਹੁਰ ਮਹਾਦੇਵ, ਮਹਾਦੇਵ ਜੋ ਸਾਹਿਬਾਂ ਦਾ ਪਿਰਥੀ ਚੰਦ ਤੋਂ ਛੋਟਾ ਤੇ ਸਾਹਿਬਾਂ ਤੋਂ ਵੱਡਾ ਭਰਾਤਾ ਹੈ, ਗੁਰੂ ਰਾਮਦਾਸ ਸਾਹਿਬ ਜੀ ਦਾ ਦੂਜਾ ਪੁੱਤਰ ਜੋ ਮਹਾਦੇਵ ਹੈ, ਸੋ ਉਸ ਦੇ ਪਾਸ ਜਾਣ ਵਾਸਤੇ ਚੱਲ ਪਏ। ਸਦਨ ਪ੍ਰਵੇਸ਼ ਕੀਨ ਪਾਏ ਨ ਪ੍ਰਣਾਮ ਥਾਨ, ਮਿਲ ਕੈ ਪਰਸ ਪਰ ਧਾਰਤ ਹਰਸ਼ ਕੋ। ਤੇ ਜਾ ਪਹੁੰਚੇ ਬਾਬਾ ਮਹਾਦੇਵ ਦੇ ਘਰ ਵਿੱਚ ਸਦਨ ਵਿੱਚ ਜਾ ਕੇ ਪ੍ਰਵੇਸ਼ ਕੀਤਾ। ਜਾਂਦਿਆਂ ਸਾਰੇ ਵੱਡਾ ਭਰਾਤਾ ਜਾਣ ਕੇ ਪੈਰਾਂ ਤੇ ਨਮਸਕਾਰ ਕੀਤੀ। ਮਿਲ ਪਰਸ ਪਰ ਧਾਰਤ ਹਰਸ਼ ਕੋ, ਦੋਵੇਂ ਭਰਾ ਮਿਲ ਕਰਕੇ ਪਰਸਪਰ ਆਪਸ ਦੇ ਵਿੱਚ ਬੜੀ ਖੁਸ਼ੀ ਕਰਦੇ ਨੇ। ਤੇ ਇਹ ਜੋ ਬਾਬਾ ਮਹਾਦੇਵ ਸੀ ਸਾਧੂ ਸੁਭਾਅ ਦਾ ਸੀ, ਪਰ ਲਾਈ ਲੱਗ ਜ਼ਰੂਰ ਸੀ, ਪਿੱਛੇ ਲੱਗ ਜਾਂਦਾ ਸੀ। ਸਾਧੂ ਬਿਰਤੀ ਵੀ ਸੀ, ਅੰਦਰੋਂ ਕਪਟ ਨਹੀਂ ਸੀ, ਛਲੀਆ ਨਹੀਂ ਸੀ, ਪਰ ਲਾਈ ਲੱਗ ਜ਼ਰੂਰ ਸੀ। ਪਿਰਥੀ ਚੰਦ ਦੇ ਢਾਏ ਚੜ੍ਹ ਕੇ ਕਈ ਵਾਰੀ ਅਕਾਰਨੀ ਸਤਿਗੁਰੂ ਜੀ ਦਾ ਵਿਰੋਧ ਕਰ ਬੈਠਦਾ ਸੀ, ਪਰ ਅੰਦਰੋਂ ਨਹੀਂ ਸੀ ਮਾੜਾ। ਉਹ ਕਈ ਵਾਰੀ ਬਹਿਣੀ ਜਿਹੜੀ ਹੁੰਦੀ ਉਹੀ ਸੋਚ ਬਦਲ ਦਿੰਦੀ, ਮਾੜੀ ਬਹਿਣੀ ਜਿਹੜੀ ਹੈ। ਸੋ ਜਾ ਕਰਕੇ ਪਹੁੰਚੇ ਨੇ ਬਾਬਾ ਮਹਾਦੇਵ ਦੇ ਕੋਲ, ਤੇ ਬਾਬਾ ਮਹਾਦੇਵ ਨੇ ਬੜਾ ਲਾਡ ਕੀਤਾ, ਬੜਾ ਪਿਆਰ ਕੀਤਾ। ਸਾਹਿਬਜ਼ਾਦਾ ਜੀ ਦੇ ਸੀਸ ਉੱਪਰੋਂ ਪੈਸੇ ਵੀ ਵਾਰੇ, ਬਹੁਤ ਹੀ ਅਦਬ ਸਤਿਕਾਰ ਗੁਰੂ ਸਾਹਿਬ ਦਾ ਕੀਤਾ। ਸਾਹਿਬਜ਼ਾਦਾ ਜੀ ਨਾਲ ਲਾਡ ਲਡਾਏ, ਪਿਆਰ ਕੀਤਾ। ਤੇ ਮਹਾਦੇਵ ਦਾ ਪਿਆਰ ਛਲ ਤੇ ਕਪਟ ਵਾਲਾ ਨਹੀਂ ਹੈ ਕਿ ਅੰਦਰ ਕੁਛ ਹੋਰ ਛੁਪਿਆ ਤੇ ਬਾਹਰ ਕੁਛ ਹੋਰ ਹੈ। ਸੋ ਸਾਧੂ ਬਿਰਤੀ ਦਾ ਸੀ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਹਾ ਸੀ ਕਿ ਜਾਓ ਲਾਹੌਰ, ਤੁਹਾਡੇ ਤਾਇਆ ਜੀ ਦੇ ਪੁੱਤਰ ਦੀ ਸ਼ਾਦੀ ਹੈ, ਉੱਥੇ ਰਿਸ਼ਤੇਦਾਰ ਆਏ ਹੋਣਗੇ। ਤੇ ਉਹਨਾਂ ਕਿਹਾ ਸੀ ਮੈਂ ਕਿਸੇ ਰਿਸ਼ਤੇਦਾਰ ਨੂੰ ਜਾਣਦਾ ਨਹੀਂ, ਤੇ ਨਾ ਗਾਂ ਵਾਸਤੇ ਮੇਰੀ ਇੱਛਾ ਕਿ ਮੈਂ ਕਿਸੇ ਨੂੰ ਜਾਣਾ ਪਛਾਣਾ, ਆਪਾਂ ਕਿਸੇ ਤੋਂ ਕੀ ਲੈਣਾ ਹੈ। ਉਹ ਤਿਆਗੀ ਵਿਰਾਗੀ ਬਿਰਤੀ ਦੇ ਮਾਲਕ ਸਨ। ਭਾਵੇਂ ਕਿ ਬਚਨ ਉਹਨਾਂ ਨੇ ਸਾਹਿਬਾਂ ਦਾ ਨਹੀਂ ਸੀ ਮੰਨਿਆ, ਪਰ ਬਹੁਤਾ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਵਿਰੋਧ ਵੀ ਨਹੀਂ ਸੀ ਕੀਤਾ। ਜਿਵੇਂ ਪਿਰਥੀ ਚੰਦ ਨੇ ਅੱਤ ਦਰਜੇ ਦਾ ਵੈਰ ਕੀਤਾ ਸੀ, ਮਹਾਦੇਵ ਨੇ ਐਸਾ ਨਹੀਂ ਸੀ ਕੀਤਾ। ਭਾਵੇਂ ਕਿ ਕਿਤੇ ਕਿਤੇ ਐਸਾ ਆ ਜਾਂਦਾ ਹੈ ਕਿ ਉਹਨਾਂ ਨੇ ਵੀ ਨਾਲ ਕੁਝ ਸੰਜੋਗ ਕੀਤਾ ਸੀ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਾਣਦੇ ਸਨ ਕਿ ਸਾਰੀ ਚੁੱਕ ਚੁਕਾਈ ਪਿਰਥੀ ਚੰਦ ਦੀ ਹੈ। ਇਹਨਾਂ ਦੀ ਬਿਰਤੀ ਜਿਹੜੀ ਠੀਕ ਹੈ, ਪਰ ਕਈ ਵਾਰੀ ਬਿਰਤੀ ਵਿਚਲਤ ਹੋ ਜਾਂਦੀ ਹੈ ਜਦੋਂ ਕੋਈ ਗਲਤ ਸੰਗਤ ਮਿਲ ਜਾਏ। ਸੋ ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਸਮੂਹ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਸਤਿਗੁਰੂ ਪਾਤਸ਼ਾਹ ਜੀ, ਸਤਿਗੁਰੂ ਜੀ ਦੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਜੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ
ਵਾਹਿਗੁਰੂ ਗੁਰ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਸ੍ਰੀ ਹਰਿ ਗੋਬਿੰਦ ਸੰਗ ਆਪ ਲੈ ਉਠਤ ਪਏ, ਗਮਨੇ ਬਹੋਰ ਮਹਾਦੇਵ ਕੇ ਦਰਸ ਕੋ। ਸਦਨ ਪ੍ਰਵੇਸ਼ ਕੀਨ ਪਾਇਨ ਪ੍ਰਣਾਮ ਠਾਨ, ਮਿਲ ਕੈ ਪਰਸ ਪਰ ਧਾਰਤ ਹਰਸ਼ ਕੋ।
ਰਾਖੋਂ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਾਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰਹਿ ਪਾਰ ਜੋ ਸ਼ਰਧਾ ਕਰ ਸੇਵਾ ਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵਾ ਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।